ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਜਦੋਂ ਪੰਜਾਬ ਦੇ ਵਿੱਚ ਬਿਜਲੀ ਸਮਝੌਤਿਆਂ ਦੇ ਉੱਤੇ ਗੱਲਬਾਤ ਹੁੰਦੀ ਹੈ, ਮਹਿੰਗੀ ਬਿਜਲੀ ਨੂੰ ਲੈ ਕੇ ਵਿਰੋਧੀ ਅਕਸਰ ਸਰਕਾਰ ਨੂੰ ਘੇਰਦੇ। ਸਰਕਾਰ ਜਿਹੜੀ ਵੀ ਸੱਤਾ ਦੇ ਵਿੱਚ ਹੋਈ, ਪਹਿਲਾਂ ਅਕਾਲੀ ਭਾਜਪਾ ਸਰਕਾਰ ਸਾਹਿਬ ਦੀ ਸਰਕਾਰ ਹੈ, ਅੱਗੋਂ 2022 ਦੇ ਚੋਣਾਂ ਲੈ ਕੇ ਅੱਜ ਬੇहद ਭਖਿਆ ਹੋਇਆ। ਭੁੱਲਰ ਸਾਹਿਬ, ਤੁਸੀਂ ਲੋਕ ਅਧਿਕਾਰ ਲਹਿਰ ਦੇ ਮੈਂਬਰ ਵੀ ਹੋ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਸਾਬਕਾ ਡਿਪਟੀ ਚੀਫ ਇੰਜੀਨੀਅਰ ਵੀ ਰਹੇ ਹੋ। ਥੋੜਾ ਤੁਹਾਨੂੰ ਪਤਾ ਹੋਣਾ ਕਿ ਡਿਟੇਲ ਦੇ ਵਿੱਚ ਦੱਸਿਓ ਕਿ ਬਿਜਲੀ ਸਮਝੌਤਿਆਂ ਨੂੰ ਲੈ ਕੇ ਜਿਹੜਾ ਰੇਟ ਸਰਕਾਰ ਦੇ ਵਿੱਚ ਬਣਿਆ ਹੋਇਆ, ਨਾ ਤਾਂ ਇਹ ਵਾਈਟ ਪੇਪਰ ਜਾਰੀ ਕਰਦੇ ਨੇ, ਨਾ ਇਹ ਨਾ ਰਿਵਿਊ ਕਰਦੇ ਨੇ। ਕਾਰਨ ਕੀ ਹੈ ਆਖਿਰਕਾਰ? ਕੀ ਗੁੰਝਲਦਾਰ ਇਹਦੇ ਵਿੱਚ ਇਹੋ ਜਿਹਾ ਕੀ? ਦੇਖੋ ਸੁਖਵਿੰਦਰ ਜੀ, ਜਿੱਥੋਂ ਤੱਕ ਬਿਜਲੀ ਸਮਝੌਤਿਆਂ ਦਾ ਜਾਂ ਬਿਜਲੀ ਦਾ ਜੋ ਅੱਜ ਕੱਲ੍ਹ ਜਾਂ ਹਮੇਸ਼ਾ ਰੌਲਾ ਪੈਂਦਾ ਗਾ, ਇਹਦਾ ਸੰਬੰਧ ਹੈਗਾ, ਮੇਰੇ ਖਿਆਲ ਦੇ ਮੁਤਾਬਕ ਵੀ ਬੱਚਾ ਦੋ ਜਿਹੜੀਆਂ ਚੀਜ਼ਾਂ ਨੇਗੀਆਂ ਪੰਜਾਬ ਦੇ ਵਿੱਚ, ਇੱਕ ਤਾਂ ਖੇਤੀ ਕਾਨੂੰਨ ਤੇ ਇੱਕ ਬਿਜਲੀ ਸਮਝੌਤੇ। ਸਾਰੇ ਲੋਕ ਇਹਦੇ ਬਾਰੇ ਮੇਰੇ ਖਿਆਲ 'ਚ ਬਰੀਕੀਆਂ 'ਚ ਭਾਵੇਂ ਨਾ ਜਾਣਦੇ ਹੋਣ, ਪਰ ਮੋਟੇ ਤੌਰ ਤੇ ਸਭ ਨੂੰ ਪਤਾ ਕਿ ਖੇਤੀ ਕਾਨੂੰਨ ਕਿਉਂ ਮਾੜੇ ਨੇ ਤੇ ਬਿਜਲੀ ਸਮਝੌਤੇ ਕਿਉਂ ਮਾੜੇ ਨੇ ਜੀ। ਤਾਂ ਆਪਾਂ ਅੱਜ ਬਿਜਲੀ ਸਮਝੌਤਿਆਂ ਤੇ ਗੱਲ ਕਰਾਂਗੇ। ਬਿਜਲੀ ਸਮਝੌਤੇ ਆਪਾਂ ਗੱਲ ਸ਼ੁਰੂ ਕਿੱਥੋਂ ਹੁੰਦੀ ਆ ਜੀ? ਬਿਜਲੀ, ਕਿਉਂਕਿ ਜਿਹੜੀ ਸਟੇਟ ਹੁੰਦੀ ਆ ਉਹਦੀ ਤਰੱਕੀ ਦੇ ਵਾਸਤੇ ਬਿਜਲੀ ਆ ਜਿਹੜੀ ਉਹ ਮੁੱਖ ਧੁਰ ਆ। ਜਿਹੜੀ ਸਟੇਟ ਦੀ GDP ਕਹਿ ਲਈ ਆਪਾਂ, ਉਹ ਬਿਲਕੁਲ ਬਿਜਲੀ ਦੇ ਨਾਲ ਹੀ ਤੁਰਦੀ ਹੈਗੀ। ਤੇ ਇਸ ਕਰਕੇ ਜਿਹੜੀ ਬਿਜਲੀ ਆ ਉਹਦੀ ਡਿਮਾਂਡ ਆ ਜਿਹੜੀ, ਉਹਦੇ ਹਿਸਾਬ ਨਾਲ ਪਾਵਰ ਪਲਾਂਟ ਲੱਗਣੇ ਬਹੁਤ ਜ਼ਰੂਰੀ ਨੇਗੇ। ਤੋ ਜੇ ਆਪਾਂ ਪਿੱਛੇ ਝਾਤ ਮਾਰੀਏ ਡਿਮਾਂਡ, ਜਿਹੜੀ ਪੰਜਾਬ ਦੀ ਡਿਮਾਂਡ ਬਾਰੇ ਜੀ, ਤੇ ਇਹ ਤੁਹਾਨੂੰ ਮੈਂ ਦੱਸਾਂ ਜੀ, 2000 ਤੇ 2001 ਦੇ ਵਿੱਚ ਜਿਹੜੀ ਡਿਮਾਂਡ ਸੀਗੀ ਸਾਡੀ, ਉਹ ਮੈਕਸੀਮਮ ਡਿਮਾਂਡ ਦੀ ਗੱਲ ਕਰਾਂਗੇ ਆਪਾਂ ਵੀ, ਜਿਹੜੀ ਐਟ ਏ ਟਾਈਮ ਕਦੇ ਕਿਸੇ ਟਾਈਮ ਆਉਂਦੀ ਹੈ ਜੀ, ਉਹ 4850 ਮੈਗਾਵਾਟ ਸੀਗੀ ਤੇ ਇੰਸਟਾਲਡ ਕਪੈਸਿਟੀ ਸੀਗੀ 5583 ਮੈਗਾਵਾਟ। ਕਹਿਣ ਤੋਂ ਭਾਵ ਕਿ ਲਗਭਗ 833 ਮੈਗਾਵਾਟ 2000 ਦੇ ਵਿੱਚ ਸਾਡੇ ਕੋਲ ਸਰਪਲਸ ਬਿਜਲੀ ਸੀ ਜੀ। ਉਸ ਤੋਂ ਬਾਅਦ ਅੱਗੇ ਆਪਾਂ 10 ਸਾਲ ਅੱਗੇ ਚਲੇ ਜਾਈਏ ਤਾਂ ਜਿਹੜੇ ਗੈਪ ਸੀਗਾ, ਇਹ ਜਿਹਨੂੰ ਘਾਟਾ ਕਹਿ ਦਈਏ ਇੰਸਟਾਲਡ ਕਪੈਸਿਟੀ ਤੇ ਮੈਕਸੀਮਮ ਡਿਮਾਂਡ ਦੇ ਵਿਚਾਲੇ, ਉਹ ਤਕਰੀਬਨ 500 ਮੈਗਾਵਾਟ ਦਾ ਰਹਿ ਗਿਆ ਸੀਗਾ 2009 ਔਰ 2010 ਦੇ ਵਿੱਚ। ਪਰ ਇਹਦੇ ਨਾਲ ਹੀ ਜੇ ਆਪਾਂ ਨਾਲੋਂ ਨਾਲ ਹਿਸਟਰੀ ਦੇਖੀਏ ਕਿ 1998 ਤੋਂ ਲੈ ਕੇ ਪੂਰਾ ਇੱਕ ਦਹਾਕਾ ਤਕਰੀਬਨ 2007-08 ਤੱਕ ਇਸ ਸੈਕਟਰ ਨੂੰ ਸਰਕਾਰ ਵੱਲੋਂ ਅਣਗੌਲੇ ਹੀ ਰੱਖਿਆ ਗਿਆ। ਕੋਈ ਮਤਲਬ ਜ਼ਿਆਦਾ ਇਹਦੇ ਵਿੱਚ ਇਜ਼ਾਫਾ ਨਹੀਂ ਕੀਤਾ ਗਿਆ। ਸਿਰਫ ਜਿਹੜੇ ਦੋ ਲਹਿਰਾ ਮੁਹੱਬਤ ਦੇ ਥਰਮਲ ਪਲਾਂਟ ਸੀਗੇ, ਉਹ 250-250 ਮੈਗਾਵਾਟ ਦੇ ਦੋ ਪਲਾਂਟ ਇਸ ਸਮੇਂ ਦੇ ਦੌਰਾਨ ਆਏ। ਤੋ ਇਸ ਤਰ੍ਹਾਂ ਜਿਹੜਾ ਗੈਪ ਸੀਗਾ ਡਿਮਾਂਡ ਦੇ ਵਿੱਚ ਤੇ ਇੰਸਟਾਲਡ ਕਪੈਸਿਟੀ ਜਿਹੜੀ ਸਾਡੇ ਕੋਲ ਹੈਗੀ ਸੀ, ਉਹਦੇ ਵਿੱਚ ਇਹ ਗੈਪ ਵੱਧਦਾ ਗਿਆ। ਵੈਸੇ ਜੇ ਸਾਡੀ ਜਿਹੜੀ ਐਵਰੇਜ ਡਿਮਾਂਡ ਆ ਪੰਜਾਬ ਦੀ, ਉਹ 6000 ਮੈਗਾਵਾਟ ਆ। ਐਵਰੇਜ ਡਿਮਾਂਡ ਜਿਹੜੀ ਤਕਰੀਬਨ 8 ਮਹੀਨੇ ਰਹਿੰਦੀ ਹੈਗੀ। ਸਿਰਫ ਪੈਡੀ ਸੀਜ਼ਨ ਦੇ ਵਿੱਚ ਜਾ ਕੇ ਸਾਡੀ ਡਿਮਾਂਡ ਆ ਜਿਹੜੀ, ਉਹ 2-2.5 ਗੁਣਾ ਇਸ ਤੋਂ ਵੱਧ ਜਾਂਦੀ ਹੈ। ਤਕਰੀਬਨ 12-13 ਮੈਗਾਵਾਟ ਦੇ ਪਾਸ ਇਹ ਸਾਡੀ ਜਿਹੜੀ ਮੈਕਸੀਮਮ ਡਿਮਾਂਡ ਆ ਉਹ ਚਲੀ ਜਾਂਦੀ ਹੈ ਜੀ। ਸੋ ਇਹਦੇ ਵਿੱਚ ਵੀ ਜੇ ਦੇਖਿਆ ਜਾਵੇ ਤਾਂ ਮੇਜਰ ਜਿਹੜਾ ਫੈਕਟਰ ਹੈਗਾ, ਕੋਈ ਤਕਰੀਬਨ ਮੈਂ ਦੇਖਿਆ ਹੈਗਾ ਡਾਟਾ ਕਿ 2001 ਤੋਂ ਲੈ ਕੇ 2018-19 ਤੱਕ ਜਿਹੜਾ ਕਨੈਕਟਡ ਲੋਡ ਆ, ਜਿਹੜੀ ਡਿਮਾਂਡ ਆ, ਉਹ ਕਨੈਕਟਡ ਲੋਡ ਦੇ ਬੇਸ ਤੇ ਜਾਂਦੀ ਆ। ਜੇ ਬਾਕੀ ਖਪਤਕਾਰਾਂ ਨੂੰ ਛੱਡਦੀ ਆਪਾਂ ਇੰਡਸਟਰੀ ਤੇ AP ਲੋਡ ਆਪਣੇ ਮੁੱਖ ਲੋਡਾਂ 'ਚ ਲਵਾਂਗੇ ਆਪਾਂ ਪੰਜਾਬ ਦੇ ਵਿੱਚ। ਇੰਡਸਟਰੀ ਤੁਹਾਨੂੰ ਪਤਾ ਕਿ ਬਹੁਤੀ ਇੰਡਸਟਰੀ ਆਪਾਂ ਨੂੰ ਬਾਹਰ ਹੀ ਜਾ ਰਹੀ ਹੈਗੀ, ਗੁਆਂਢੀ ਰਾਜਾਂ ਦੇ ਵਿੱਚ ਚਲੀ ਗਈ ਤੇ ਉਹਦੇ ਵਿੱਚ ਇੰਨਾ ਇਜ਼ਾਫਾ ਨਹੀਂ ਹੋਇਆ। ਸਿਰਫ ਇਹਨਾਂ 10 ਸਾਲਾਂ ਦੇ ਵਿੱਚ 2001 ਤੋਂ ਲੈ ਕੇ ਤਕਰੀਬਨ 2018-19 ਤੱਕ ਸਿਰਫ 100% ਵਾਧਾ ਹੀ ਹੋਇਆ। 2.5% ਕੰਜ਼ਿਊਮਰ ਵਧੇ ਇੰਡਸਟਰੀ ਦੇ, ਦੂਜੇ ਪਾਸੇ ਖੇਤੀ ਵਾਲੇ ਕੰਜ਼ਿਊਮਰ ਵੱਧ ਗਏ 66% ਤੇ ਲੋਡ ਵੱਧ ਗਿਆ 221%। ਤੋ ਜਿਹੜੀ ਵਧੀ ਹੋਈ ਡਿਮਾਂਡ ਸੀਗੀ, ਜਿਹਨੂੰ ਆਪਾਂ 6000 ਐਵਰੇਜ ਡਿਮਾਂਡ ਤੋਂ ਪੈਡੀ ਸੀਜ਼ਨ ਦੇ 4 ਮਹੀਨੇ ਜੂਨ ਤੋਂ ਲੈ ਕੇ ਅਗਸਤ ਤੱਕ ਜਿਹੜੀ ਡਿਮਾਂਡ ਆਉਂਦੀ ਆ, ਉਹਦੇ ਵਿੱਚ ਮੇਜਰ ਡਿਮਾਂਡ ਸੀਗੀ ਐਗਰੀਕਲਚਰ ਦੀ ਜਾਂ ਗਰਮੀ ਕਰਕੇ, ਸਮਰ ਸੀਜ਼ਨ ਕਰਕੇ ਜਿਹੜੀ ਡਿਮਾਂਡ ਆਉਂਦੀ ਸੀਗੀ।
ਸੋ ਇਸ ਡਿਮਾਂਡ ਨੂੰ ਜਿਹੜੀ ਹੈਗੀ ਆ ਇਹਨੂੰ ਮੀਟ ਵਿਦ ਕਰਨ ਵਾਸਤੇ ਹੀ ਪਾਵਰ ਪਲਾਂਟ ਲਾਉਣ ਦੀ ਜਿਹੜੀ ਪਲਾਨਿੰਗ ਆ ਕਹਿ ਲਓ ਉਹ ਬਣਨੀ ਚਾਹੀਦੀ ਸੀ। ਸੋ ਇਹ ਪਾਵਰ ਪਲਾਂਟ ਕੋਈ ਇਦਾਂ ਦਾ ਹੁੰਦੇ ਨਹੀਂ ਕਿ 2 ਦਿਨਾਂ 'ਚ ਲੱਗੇ 4 ਦਿਨਾਂ 'ਚ ਲੱਗੇ ਜੀ, ਇਹ ਲੰਬੇ ਸਮੇਂ ਦੀ ਪਲਾਨਿੰਗ ਹੁੰਦੀ ਹੈਗੀ। ਇਹ ਕਿਸ ਤਰ੍ਹਾਂ ਪਾਵਰ ਪਲਾਂਟ ਲੱਗਦੇ ਨੇ ਕਿ ਜਿਹੜੀ ਸੈਂਟਰਲ ਇਲੈਕਟ੍ਰਿਸਿਟੀ ਅਥਾਰਟੀ ਹੈ ਜੀ ਸੈਂਟਰ ਦੀ, ਉਹ ਇੱਕ ਹਰ 25 ਸਾਲੀ ਸਰਵੇ ਕਰਾਉਂਦੀ ਆ। EPS ਕਹਿੰਦੇ ਆ ਉਹਨੂੰ, ਇਲੈਕਟ੍ਰੀਕਲ ਪਾਵਰ ਸਰਵੇ ਕਹਿੰਦੇ ਆ। ਉਸ ਦੇ ਵਿੱਚ ਉਹ ਆਉਣ ਵਾਲੇ 10 ਸਾਲਾਂ ਦਾ ਐਸਟੀਮੇਟ ਲਾਉਂਦੀ ਆ ਕਿ ਕਿਹੜੀ ਸਟੇਟ ਨੂੰ, ਕਿਹੜੇ ਰੀਜਨ ਨੂੰ ਕਿੰਨੀ ਬਿਜਲੀ ਚਾਹੀਦੀ ਹੈਗੀ। ਉਸ ਹਿਸਾਬ ਨਾਲ ਜਿਹੜੀ ਸਟੇਟ ਆ ਉਹ ਆਪਣੀ ਜਿਹੜੀ ਡਿਮਾਂਡ ਨੂੰ ਮੀਟ ਵਿਦ ਕਰਨ ਵਾਸਤੇ ਆਪਣੇ ਪਾਵਰ ਪਲਾਂਟ ਜਾਂ ਹੋਰ ਜਿਹੜੇ ਵੀ ਸਾਧਨ ਨੇ ਉਹਨਾਂ ਨੂੰ ਬਲਕਿ ਜਟਾਇਆ ਜਾਂਦਾ। ਸੋ ਜਿਹੜਾ ਇਸ ਟੈਕਨੀਕਲੀ ਮਤਲਬ ਜਿੰਨੀ ਸਾਨੂੰ ਬਿਜਲੀ ਚਾਹੀਦੀ ਸੀ ਇਸ ਸਰਵੇ ਦੇ ਮੁਤਾਬਕ 2006 ਦੇ ਵਿੱਚ ਮੈਂ ਦੱਸਾਂਗਾ ਉਹ ਤਕਰੀਬਨ 1800 ਮੈਗਾਵਾਟ ਚਾਹੀਦੀ ਸੀ ਜੀ। ਸਾਡੇ ਕੋਲ ਇੰਸਟਾਲਡ ਕਪੈਸਿਟੀ ਸੀ ਉਹਦੇ ਵਿੱਚ 1800 ਮੈਗਾਵਾਟ ਹੋਰ ਵਾਧਾ ਕਰਨਾ ਬਣਦਾ ਸੀ 2006 ਦੇ ਵਿੱਚ। ਔਰ ਇਸੇ ਡਿਮਾਂਡ ਨੂੰ ਮੱਦੇਨਜ਼ਰ ਰੱਖਦੇ ਹੋਏ ਉਸ ਵੇਲੇ ਦੀ ਸਰਕਾਰ ਸੀ ਜਿਹੜੀ 2006 ਦੇ ਵਿੱਚ, ਉਹਨਾਂ ਨੇ 2 ਪਾਵਰ ਪਲਾਂਟ 1000 ਮੈਗਾਵਾਟ ਦੇ, ਇੱਕ ਨਾਭੇ ਤੇ ਇੱਕ ਤਲਵੰਡੀ, ਇਹਦੀ ਪ੍ਰਪੋਜ਼ਲ ਦਿੱਤੀ। ਸਰਕਾਰ ਸੁਖਵਿੰਦਰ ਸਿੰਘ ਦੀ ਸੀ 2006 ਦੇ ਵਿੱਚ। ਤੁਸੀਂ ਲਾ ਲਓ ਹਿਸਾਬ ਕਿ ਕਾਂਗਰਸ ਦੀ ਸਰਕਾਰ ਸੀਗੀ, ਉਹਨਾਂ ਨੇ 2000 ਮੈਗਾਵਾਟ ਦੇ 2 ਪਲਾਂਟ ਜਿੱਥੋਂ ਤੱਕ ਮੇਰੀ ਜਾਣਕਾਰੀ ਆ ਉਹਦੇ ਪ੍ਰਪੋਜ਼ ਕੀਤੇ। ਤੇ ਉਹਦੇ ਵਿੱਚ ਇਹ ਵੀ ਪਾਰਟੀਕੂਲਰ ਸੀ ਕਿ ਉਦੋਂ ਜਿਹੜੀ ਇੱਕ ਪਿਛਵਾੜਾ ਖਾਨ ਹੈਗੀ ਆ ਕੋਲੇ ਦੀ, ਉਹ PSPCL ਉਦੋਂ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਹੁੰਦਾ ਸੀਗਾ, ਉਹਨੂੰ 2001 ਦੇ ਵਿੱਚ ਸੈਂਟਰ ਗੌਰਮੈਂਟ ਵੱਲੋਂ ਅਲਾਟ ਹੋ ਗਈ ਸੀਗੀ। ਉਸ ਤੋਂ ਉਹਦੇ ਵਿੱਚ ਸੀ ਕਿ ਕੋਲਾ ਜਿਹੜਾ ਪਿਛਵਾੜਾ ਖਾਨ ਤੋਂ ਲਿਆ ਜਾਏਗਾ ਜੀ, ਔਰ ਉਹ ਕੋਲਾ ਬਹੁਤ ਵਧੀਆ ਸੀਗਾ। ਔਰ ਜੇ ਉਹ ਕੋਲਾ ਥਰਮਲ ਪਲਾਂਟ ਵਰਤਦਾ ਜਿਹੜਾ ਤਾਂ ਉਹਦੇ ਨਾਲ ਕੋਈ ਖਪਤਕਾਰਾਂ ਨੂੰ ਅਸੀਂ 20-25 ਪੈਸੇ ਪਰ ਯੂਨਿਟ ਬਿਜਲੀ ਸਸਤੀ ਦੇ ਸਕਦੇ ਹਾਂ। ਉਹ ਪ੍ਰਪੋਜ਼ਲ ਸੀਗਾ ਜਿਹੜਾ ਉਸ ਵੇਲੇ 2000 ਮੈਗਾਵਾਟ ਲਾਉਣ ਦਾ ਪਲਾਂਟ ਦਾ ਸੀ ਤੇ ਕੋਲਾ ਜਿਹੜਾ ਲੈਣਾ ਸੀਗਾ ਅਸੀਂ, ਉਹ ਲੈਣਾ ਸੀਗਾ ਪਿਛਵਾੜਾ ਖਾਨ ਤੋਂ ਜਿਹੜਾ ਵਧੀਆ ਕੋਲਾ ਸੀਗਾ। ਸੋ ਉਸ ਸਮੇਂ ਤੱਕ ਪ੍ਰਪੋਜ਼ਲ ਵੀ ਵਧੀਆ ਸੀਗਾ, ਠੀਕ ਸੀਗਾ, ਔਰ ਟੈਕਨੀਕਲ ਗਰਾਊਂਡ ਦੇ ਉੱਤੇ ਕੋਈ ਬੇਸ ਸੀਗਾ, ਉਹਦੀ ਕੋਈ ਐਜੰਪਸ਼ਨ ਸੀ। ਫੈਕਟ ਦੇ ਬੇਸ ਦੇ ਉੱਤੇ ਡਿਮਾਂਡ ਦੇ ਵਿੱਚ ਵਾਧਾ ਕਰਨ ਦਾ ਪ੍ਰਪੋਜ਼ਲ ਉਦੋਂ ਲੀਕ ਲਿਆ ਗਿਆ ਸੀਗਾ। ਇਸ ਤੋਂ ਬਾਅਦ ਕੀ ਹੋਇਆ ਕਿ ਗਲਤੀ ਕਿੱਥੇ ਹੋਈ ਜੀ 2006 ਤੋਂ ਬਾਅਦ, ਜਿਨ੍ਹਾਂ ਕਰਕੇ ਸਾਰੇ ਪਾਵਰ ਪਰਚੇਜ ਐਗਰੀਮੈਂਟ ਵਗੈਰਾ ਹੋਏ। ਉਹ ਗਲਤੀ ਸਮਝ ਲਓ ਕਿ ਕਿਸੇ ਨੇ ਉਹਦੇ ਉੱਤੇ ਐਕਸਪਰਟ ਦੀ ਰਾਏ ਨਹੀਂ ਲਈ ਗਈ, ਕੋਈ ਉਹ ਨਹੀਂ ਲਿਆ ਗਿਆ। ਉਹੀ ਗੱਲ ਕਿ ਜਿਵੇਂ ਕਹਿੰਦੇ ਹੁੰਦਾ ਕਿ ਲਮੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ, ਤੇ ਉਹ ਹੁਣ ਸਾਰੇ ਉਸ ਵੇਲੇ ਦੇ ਜਿਹੜੇ ਖਤਾ ਕੀਤੀ ਹੋਈ ਆ ਉਹ ਅਸੀਂ ਸਾਰੇ ਪੰਜਾਬੀ ਆ ਜਿਹੜੇ ਹੁਣ ਉਹ ਭੁਗਤ ਰਹੇ ਹੈਗੇ। ਕਿ ਹੋਇਆ ਕੀ ਕਿ ਜਦੋਂ ਤੁਹਾਨੂੰ ਦੱਸਿਆ ਕਿ ਉਸ ਵੇਲੇ ਗੈਪ ਸੀਗਾ, ਮੈਕਸੀਮਮ ਡਿਮਾਂਡ ਜ਼ਿਆਦਾ ਸੀ ਔਰ ਸਾਡੀ ਇੰਸਟਾਲਡ ਕਪੈਸਿਟੀ 2006 ਦੇ ਵਿੱਚ ਘੱਟ ਸੀਗੀ, ਜਿਹਦੇ ਕਰਕੇ ਜਦੋਂ ਪੈਡੀ ਸੀਜ਼ਨ ਹੁੰਦਾ ਸੀ ਜਾਂ ਗਰਮੀ ਹੁੰਦੀ ਸੀ ਬਹੁਤ ਬੂਕਲਾ ਹੁੰਦੀ ਸੀ, ਰੌਲਾ ਪੈਂਦਾ ਸੀਗਾ, ਲੋਕ ਬੂਧਾਈ ਕਰਦੇ ਸੀ ਕਿ ਸਾਨੂੰ ਪੂਰੀ ਬਿਜਲੀ ਨਹੀਂ ਮਿਲ ਸਕੀ। ਤੇ ਇਨ ਦਾ ਮੇਨ ਟਾਈਮ ਉਦੋਂ ਸਰਕਾਰ ਵੀ ਚੇਂਜ ਹੋਣੀ ਸੀ, ਸ਼ਾਇਦ 7 ਦੇ ਵਿੱਚ ਇਲੈਕਸ਼ਨਾਂ ਹੋਣੀਆਂ ਸੀਗੀਆਂ। ਤੇ ਉਦੋਂ ਮਤਲਬ ਇਹ ਹੋਇਆ ਕਿ ਪੰਜਾਬ ਨੂੰ ਅਸੀਂ ਬਿਜਲੀ ਵਾਧੂ ਕਰ ਦਿਆਂਗੇ ਜੀ। ਉਦੋਂ ਸਰਕਾਰ ਜੋ ਵੀ ਹੈਗੀ ਚੋਣਾਂ ਦੇ ਵੇਲੇ ਇਹੋ ਜਿਹੇ ਨਾਅਰੇ ਲੱਗੇ ਕਿ ਬਿਜਲੀ ਸਰਪਲਸ ਕਰ ਦਿਆਂਗੇ, ਪਾਕਿਸਤਾਨ ਨੂੰ ਬਿਜਲੀ ਵੇਚੀ ਜਾਊਗੀ, ਜੋ ਵੀ ਹੈਗਾ ਉਹ ਸਾਰਾ ਹੋਇਆ। ਕਿਸੇ ਨੇ ਪ੍ਰੋਪਰ ਪਲੈਨਿੰਗ ਨਹੀਂ ਕੀਤੀ, ਪ੍ਰੋਪਰ ਕਿਸੇ ਨੇ, ਜਿਵੇਂ ਪਹਿਲਾਂ 2000 ਮੈਗਾਵਾਟ ਦਾ ਪਲਾਂਟ ਸੀ ਕਿ ਠੀਕ ਆ ਇਹ ਡਿਮਾਂਡ ਪੀਕ ਡਿਮਾਂਡ ਸੀ ਸਾਡੇ ਕੋਲੇ। ਜਿਹੜੇ 2 ਤਰ੍ਹਾਂ ਦੇ ਪਲਾਂਟ ਹੁੰਦੇ ਹੈਗੇ ਸਾਡੇ ਕੋਲੇ, ਇੱਕ ਬੇਸ ਲੋਡ ਪਲਾਂਟ ਹੁੰਦੇ ਆ, ਇੱਕ ਪੀਕ ਲੋਡ ਪਲਾਂਟ ਹੁੰਦੇ ਜੀ। ਸਾਡੀ ਬੇਸ ਲੋਡ ਜਿਹੜਾ ਤੁਹਾਨੂੰ ਦੱਸਿਆ ਕਿ 8 ਮਹੀਨੇ 6000 ਮੈਗਾਵਾਟ ਤਕਰੀਬਨ ਹੁਣ ਵੀ ਰਹਿੰਦਾ ਗਾ, ਤੇ ਉਹਦੇ ਵਾਸਤੇ ਸਾਨੂੰ ਬੇਸ ਲੋਡ ਪਲਾਂਟ ਚਾਹੀਦੇ ਜਿਹੜੀ ਇੱਕਦਮ 4 ਮਹੀਨਿਆਂ 'ਚ ਡਿਮਾਂਡ ਵੱਧਦੀ ਸੀ ਪੈਡੀ ਕਰਕੇ ਜਾਂ ਸਮਰ ਕਰਕੇ। ਇਹਦੇ ਵਾਸਤੇ ਸਾਨੂੰ ਚਾਹੀਦਾ ਸੀ ਜਾਂ ਤਾਂ ਪੀਕ ਲੋਡ ਪਲਾਂਟ ਚਾਹੀਦੇ ਸੀਗੇ, ਜਾਂ ਇਹਦੇ ਨਾਲ ਦੀ ਨਾਲ ਕਿ ਅਸੀਂ ਬਾਹਰੋਂ ਜਿਹੜੀ ਬਿਜਲੀ ਲੈਣ ਵਾਸਤੇ ਟਰਾਂਸਮਿਸ਼ਨ ਕਪੈਸਿਟੀ ਵਧਾਉਂਦੇ। ਔਰ 2 ਤਰੀਕੇ ਸੀ, ਇੱਕ ਪੀਕ ਲੋਡ ਪਲਾਂਟ ਤੋਂ ਕਿਸੇ ਤਰ੍ਹਾਂ ਅਰੇਂਜ ਕਰਦੇ, ਜਾਂ ਅਸੀਂ ਨਾਲ ਦੀ ਨਾਲ ਟਰਾਂਸਮਿਸ਼ਨ ਕਪੈਸਿਟੀ ਵਧਾਉਂਦੇ। ਬੈਂਕਿੰਗ ਕੀਤੀ ਜਾਂਦੀ ਹੋਰ ਸਟੇਟ ਨੂੰ ਲੀਨ ਪੀਰੀਅਡ 'ਚ, ਜਦੋਂ ਸਾਡੇ ਕੋਲ ਘੱਟ ਡਿਮਾਂਡ ਹੁੰਦੀ ਹੈ ਉਹਨਾਂ ਨੂੰ ਦਿੱਤੀ ਜਾਂਦੀ। ਜਾਂ ਇਹ ਵੀ ਹੁੰਦਾ ਕਿ ਸਮਰ ਦੇ ਵਿੱਚ ਸ਼ਾਰਟ ਟਰਮ ਐਗਰੀਮੈਂਟ 3-4 ਮਹੀਨੇ ਜਦੋਂ ਸਾਨੂੰ ਬਿਜਲੀ ਹੁੰਦੀ ਆ ਉਹ ਲੈ ਲਓ, ਬਜਾਏ ਕਿ ਇੰਨੀ ਵੱਡੀ ਕੈਪੀਟਲ ਕਾਸਟ ਲਾਉਣ ਦੇ ਬਜਾਏ ਉਹ ਸ਼ਾਰਟ ਟਰਮ ਐਗਰੀਮੈਂਟ 'ਤੇ ਲੈ ਲਓ। ਜਾਂ
ਇੱਕ ਹੋਰ ਗੱਲ ਆ ਜਿਹੜੀ ਉਹ ਵੀ ਪੰਜਾਬ ਨਾਲ ਬੜੀ ਮਤਲਬ ਕਿ ਚਿੰਤਤ ਹੈਗੀ ਆ ਕਿ ਡਾਇਵਰਸੀਫਿਕੇਸ਼ਨ ਵਾਸਤੇ, ਕਿਉਂਕਿ ਤੁਹਾਨੂੰ ਦੱਸਿਆ ਏਪੀ ਲੋਡ ਹੀ ਵਧਿਆ ਸਾਡੇ ਕੋਲ ਜ਼ਿਆਦਾ ਜੀ। ਇਹ ਡਾਇਵਰਸੀਫਿਕੇਸ਼ਨ ਵਾਸਤੇ ਗਵਰਨਮੈਂਟ ਨੇ ਕੋਈ ਧਿਆਨ ਨਹੀਂ ਦਿੱਤਾ ਹੈਗਾ, ਨਾ ਹੀ ਕੋਈ ਇਹੋ ਜਿਹੀਆਂ ਸਕੀਮਾਂ ਕਿਸਾਨਾਂ ਨੂੰ ਦਿੱਤੀਆਂ ਗਈਆਂ ਕਿ ਬਿਜਲੀ ਦੀ ਘੱਟ ਵਰਤੋਂ ਕੀਤੀ ਜਾਵੇ, ਬਿਜਲੀ ਬਚਾਓ ਜਾਂ ਪੈਸੇ ਬਣਾਓ ਦੀ ਹੁਣ ਸਕੀਮ ਵੈਸੇ ਇੱਕ ਚੱਲ ਰਹੀ ਆ, ਤੇ ਇਸ ਤਰ੍ਹਾਂ ਦੀਆਂ ਕੋਈ ਸਕੀਮਾਂ ਲਾ ਕੇ ਉਹਨੂੰ ਜਿਹੜੀ ਪੀਕ ਡਿਮਾਂਡ ਸੀ ਉਹਨੂੰ ਆਪਾਂ ਕਾਬੂ ਕਰ ਸਕਦੇ ਸੀਗੇ, ਬਜਾਏ ਕਿ ਏਡੇ ਵੱਡੇ ਜਿਹੜੇ ਪਲਾਂਟ ਏਡੇ ਵੱਡੇ ਪਲਾਂਟ ਕਿਵੇਂ ਆਏ। ਹੁਣ ਤੁਹਾਨੂੰ ਮੈਂ ਦੱਸਦਾ ਕਿ ਉਹ ਜਿਹੜੇ ਰੌਲੇ ਰੱਪੇ ਦੇ ਵਿੱਚ ਜਿਹੜੇ ਕੱਟ ਲੱਗੇ ਜਾਂ ਉਹਦੇ ਵਿੱਚ ਉਧਰੋਂ ਇਲੈਕਸ਼ਨਾਂ ਸੀ, ਹਫੜਾ ਦਫੜੀ ਹੋ ਗਈ ਕਿ ਪੰਜਾਬ ਨੂੰ ਜੀ ਬਿਜਲੀ ਚਾਹੀਦੀ ਆ, ਬਿਜਲੀ ਚਾਹੀਦੀ ਆ। ਉਹ ਪਹਿਲਾਂ ਤਾਂ 10 ਸਾਲ ਤੁਹਾਨੂੰ ਦੱਸਿਆ ਨਹੀਂ ਕਿਸੇ ਨੇ ਕੁਝ ਕੀਤਾ, ਜਿਵੇਂ ਕਹਿੰਦੇ ਕਿ ਕਮਲੀ ਨਹਾਵੇ ਨਾ ਤਾਂ ਨਹਾਵੇ, ਨਹੀਂ ਤਾਂ ਪਿੰਡਾਂ ਚਿੜ ਲੈਂਦੀ ਆ। ਤੇ ਉਹ ਕੀ ਹੋਇਆ ਕਿ ਉਸ ਵੇਲੇ ਇਹ ਐਲਾਨ ਹੋਇਆ ਕਿ ਬਿਜਲੀ ਦੇ ਪਲਾਂਟ ਅਸੀਂ ਲਾਵਾਂਗੇ ਜੀ, ਹੈ ਜੀ। ਹੁਣ ਦੋ ਚੀਜ਼ਾਂ ਹੁੰਦੀਆਂ ਨੇ ਬਿਜਲੀ ਦੇ ਪਲਾਂਟ ਲਾਉਣ ਵਾਸਤੇ, ਆਪਾਂ ਅੱਗੇ ਚੱਲਾਂਗੇ ਕੀ ਕੀ ਖਿਆਲ ਰੱਖਣਾ ਚਾਹੀਦਾ ਸੀਗਾ। ਇੱਕ ਤਾਂ ਦੇਖੋ ਪੋਲੀਟੀਕਲ ਜਿਹੜੀ ਲੀਡਰਸ਼ਿਪ ਹੁੰਦੀ ਆ ਉਹਨੇ ਵੋਟ ਖਾਤਰ ਆਪਣਾ ਜਿਹੜੀ ਉਹਨੂੰ ਕਹਾਂਗਾ ਕਿ ਕੱਚੀ ਸਰਕਾਰ ਨੇ ਤਾਂ ਵੋਟ ਖਾਤਰ ਕੇ ਕਿਵੇਂ ਵੋਟ ਲੈਣੀ ਹੈ ਜੀ। ਇੱਕ ਹੁੰਦੀ ਆ ਪੱਕੀ ਸਰਕਾਰ ਜਿਹੜੀ ਅਫਸਰਸ਼ਾਹੀ ਹੁੰਦੀ ਆ, ਹਮੇਸ਼ਾ ਰਹਿੰਦੀ ਆ, ਉਹਨਾਂ ਨੇ ਦੇਖਣਾ ਹੁੰਦਾ ਲੰਬੇ ਸਮੇਂ ਲਈ, ਹੈ ਜੀ। ਤੇ ਪਰ ਉਲਟ ਹੋ ਰਿਹਾ ਕਿ ਉਹ ਥੋੜੇ ਸਮੇਂ ਲਈ ਦੇਖ ਰਹੇ ਹੈਗੇ ਆਪਣੇ ਲਾਭ, ਤੇ ਇਹ ਹੋਰ ਤਰ੍ਹਾਂ ਕਿਸੇ ਤਰ੍ਹਾਂ ਲੰਬੇ ਸਮੇਂ ਲਈ ਦੇਖੇ ਜਾ ਰਿਹਾ, ਤੇ ਜਿਹੜੀ ਡਿਮਾਂਡ ਨੂੰ ਕਿੱਦਾਂ ਟਵਿਸਟ ਕੀਤਾ ਗਿਆ। ਤੋ ਇਸ ਤਰ੍ਹਾਂ ਜਿਹੜੀ ਪੀਕ ਡਿਮਾਂਡ ਸੀਗੀ ਉਸੇ ਨੂੰ ਬੇਸ ਮੰਨ ਲਿਆ ਗਿਆ। ਕੀ ਹੋਇਆ ਕਿ ਜਿਹੜੀ 2000 ਦੀ ਕਪੈਸਿਟੀ ਸੀ ਉਹਨੂੰ 2007 ਦੇ ਵਿੱਚ ਪਹਿਲਾਂ 3100 ਮੈਗਾਵਾਟ ਕਰ ਦਿੱਤਾ ਗਿਆ, ਨਵੀਂ ਸਰਕਾਰ ਆਈ ਜਦੋਂ। ਫਿਰ 2008 ਦੇ ਵਿੱਚ ਉਹਨੂੰ 2100 ਹੋਰ ਵਧਾ ਕੇ 5200 ਮੈਗਾਵਾਟ ਕਰ ਦਿੱਤਾ ਗਿਆ। ਤੇ ਇਸ ਤਰ੍ਹਾਂ ਜਿਹੜੀ ਡਿਮਾਂਡ ਆ, ਜਿਹੜੀ ਈਵਨ ਜਿਹੜਾ ਰੈਗੂਲੇਟਰ ਕੋਲੇ ਕੇਸ ਦਿੱਤਾ ਗਿਆ, ਉਹ ਵੀ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਜਿਵੇਂ ਅਸੀਂ ਏਪੀ ਜਿਹੜੀ ਟਿਊਬਵੈੱਲ ਕਨੈਕਸ਼ਨ ਨੇ ਉਹਨਾਂ ਨੂੰ 24 ਘੰਟੇ ਬਿਜਲੀ ਦੇਣੀ ਹੋਵੇ। ਜੇ ਅਸੀਂ ਉਹਨਾਂ ਨੂੰ 24 ਘੰਟੇ ਬਿਜਲੀ ਦੇਵਾਂਗੇ, ਸਮਰ ਲਵਾਂਗੇ, ਜਿਹੜੀ ਤੁਹਾਨੂੰ ਪੀਕ ਦੱਸਿਆ ਡਿਮਾਂਡ, ਉਹ ਕੁਦਰਤੀ ਇੰਸਟਾਲਡ ਕਪੈਸਿਟੀ 2.5 ਗੁਣਾ ਚਾਹੀਦੀ ਹੋ। ਤੇ ਇਸ ਕਰਕੇ ਉੱਥੇ ਜਿਹੜਾ ਪ੍ਰਪੋਜ਼ਲ ਬਣਾ ਦਿੱਤਾ ਗਿਆ 2000 ਮੈਗਾਵਾਟ ਨੂੰ ਵਧਾ ਦਿੱਤਾ ਗਿਆ, ਉਹਦੇ ਵਿੱਚ ਇਹ ਫੈਕਟ ਨਹੀਂ ਸੀ, ਐਜੰਪਸ਼ਨ ਕੀਤੀ ਗਈ ਜਾਂ ਕਹੋ ਆਈ ਡੋਂਟ ਨੋ ਕਿ ਇਹਦੇ ਪਿੱਛੇ ਕੀ ਗੱਲ ਸੀਗੀ ਕਿ ਇਸ ਨੂੰ ਜਿਹੜੀ ਟੈਂਪਰੇਰੀ ਡਿਮਾਂਡ ਨੂੰ ਪੱਕੀ ਡਿਮਾਂਡ ਸਮਝ ਕੇ ਇਹ ਸਾਰੇ ਬੇਸ ਲੋਡ ਪਲਾਂਟ ਬਣਾ ਦਿੱਤੇ ਗਏ ਜੀ। ਵੀ ਹਮੇਸ਼ਾ ਹੀ ਇਦਾਂ ਪ੍ਰਪੋਜ਼ ਕੀਤਾ ਗਿਆ ਕਿ ਹਮੇਸ਼ਾ ਹੀ ਸਾਡੀ ਮੰਗ ਆ ਜਿਹੜੀ 12-13 ਹਜ਼ਾਰ ਮੈਗਾਵਾਟ ਰਹੂਗੀ, ਜਦੋਂ ਕਿ ਇਹ ਕਦੇ ਨਾ ਅੱਜ ਹੋਇਆ ਤੇ ਨਾ ਹੀ ਆਉਣ ਵਾਲੇ ਸਮੇਂ 'ਚ ਕਦੇ ਹੋਵੇਗਾ। ਸੋ ਇਸ ਹਫੜਾ ਦਫੜੀ ਦੇ ਵਿੱਚੋਂ PPA ਸੀ ਜਿਹੜੇ ਉਹ ਨਿਕਲੇ, PPA ਨਿਕਲੇ, ਤੇ ਜਿਹਦੇ ਵਿੱਚ GVK ਤਾਂ ਚਲੋ ਪਹਿਲਾਂ ਹੀ ਇੱਕ ਸਮਝੌਤਾ ਹੋ ਗਿਆ ਸੀ, ਉਹ ਪਿੱਛੇ ਸਰਕਾਰ ਦੇ ਵਿੱਚ ਹੀ MOU ਹੋ ਗਿਆ। ਤਾਂ ਇਹ ਦੋ ਤਰੀਕੇ ਉਹਨਾਂ ਨੇ ਅਪਣਾਏ ਗਏ ਜੀ। ਮਤਲਬ ਸਰਕਾਰ ਨੇ ਫਿਰ ਫਟਾਫਟ ਜਿਹੜੇ ਇਹ ਤਲਵੰਡੀ ਸਾਬੋ ਤੇ ਦੂਸਰਾ ਜਿਹੜਾ ਰਾਜਪੁਰਾ ਸੀਗਾ, ਕੁੱਲ ਇਹਨਾਂ ਨੇ ਪ੍ਰਪੋਜ਼ ਕੀਤਾ ਕਿ 3900 2000 ਦੇ ਅਗੇਂਸਟ 3920 ਮੈਗਾਵਾਟ ਬਿਜਲੀ ਹੈ ਜਿਹੜੀ ਉਹ ਐਡ ਕੀਤੀ ਜਾਊਗੀ। ਸੋ ਪਹਿਲੇ ਹੱਲੇ ਹੀ ਕਿ ਜਿੰਨੀ ਸਾਨੂੰ ਬਿਜਲੀ ਚਾਹੀਦੀ ਸੀ ਉਦੋਂ ਵੱਧ ਬਿਜਲੀ ਦੀ ਇੰਸਟਾਲਡ ਕਪੈਸਿਟੀ ਸਾਨੂੰ ਦੇ ਦਿੱਤੀ ਗਈ। ਭੁੱਲਰ ਸਾਹਿਬ ਥੋੜਾ ਜਿਹਾ ਸਮਝਾਇਓ, ਤੁਸੀਂ PPA ਦੀ ਜ਼ਿਕਰ ਕੀਤਾ ਸੀਗਾ, PPA ਕੀ ਹੈ ਥੋੜਾ ਜਿਹਾ ਸਮਝਾ ਦਿਓ। PPA ਹੈਗਾ ਪਾਵਰ ਪਰਚੇਜ ਐਗਰੀਮੈਂਟ। ਪਾਵਰ ਪਰਚੇਜ ਐਗਰੀਮੈਂਟ ਨੇ ਪਾਵਰ ਆਪਾਂ ਕਿਸੇ ਵੀ ਪ੍ਰਾਈਵੇਟ ਕੰਪਨੀ ਨਾਲ ਜਿਹੜਾ ਸਮਝੌਤਾ ਕਰਦੇ ਹਾਂ ਕਿ ਪਾਵਰ ਅਸੀਂ ਕਿੰਨੀ ਖਰੀਦਣੀ ਹੈ ਜੀ, ਕਿਹੜੇ ਰੇਟ ਤੇ ਖਰੀਦਣੀ ਹੈ, ਉਹਦੇ ਵਿੱਚ ਸਾਰੀਆਂ ਕੰਡੀਸ਼ਨਸ ਨੇ ਜਿਹੜੀਆਂ ਉਹ ਸਮਝੌਤਿਆਂ ਦੇ ਵਿੱਚ ਤੈਅ ਹੁੰਦੀਆਂ। ਜਿਵੇਂ ਆਪਾਂ ਆਮ ਵੀ ਬੰਦਿਆਂ 'ਚ ਸਮਝੌਤਾ ਹੁੰਦਾ ਕਿਸੇ ਮੁੱਦੇ ਦੇ ਉੱਤੇ, ਤੇ ਉਹ ਸਾਰੀਆਂ ਮੱਦਾਂ ਉਹਦੇ ਵਿੱਚ ਤੈਅ ਕੀਤੀਆਂ ਜਾਂਦੀਆਂ ਨੇ ਜੀ। ਤੇ ਇਹ ਹੁੰਦਾ ਪਾਵਰ ਪਰਚੇਜ ਐਗਰੀਮੈਂਟ ਜੀ। 2006 ਦੇ ਵਿੱਚ ਜਿਹੜੇ 2 ਪਲਾਂਟ ਲਗਾਉਣ ਦੀ ਗੱਲ ਹੋਈ ਸੀ, ਉਹ ਪਲਾਂਟ ਫਿਰ ਕਿਉਂ ਨਹੀਂ ਲਗਾਏ ਗਏ? ਉਹਦਾ ਕਾਰਨ ਕੀ ਰਿਹਾ ਕਿ ਸੱਤਾ ਤਬਦੀਲੀ? ਉਹ ਇਹੀ ਹੈ ਨਾ ਜੀ, ਪਲਾਂਟ ਤਾਂ ਲੱਗੇ, ਇੱਕ ਤੁਹਾਨੂੰ ਦੱਸਿਆ ਵੀ ਨਾਭੇ ਲਾਉਣਾ ਸੀ 1000 ਮੈਗਾਵਾਟ ਦਾ, ਇੱਕ ਲਾਉਣਾ ਸੀ ਤਲਵੰਡੀ ਸਾਬੋ। ਹੁਣ ਪਲਾਂਟ ਤਾਂ ਲੱਗੇ, ਉਹਨਾਂ ਦੀ ਕਪੈਸਿਟੀ ਜਿੰਨੀ ਉਦੋਂ ਪ੍ਰਪੋਜ਼ ਕੀਤੀ ਗਈ ਸੀ ਉਦੋਂ ਵਧਾ ਦਿੱਤੀ ਗਈ। ਜਦੋਂ ਕਿ ਜਿਹੜਾ ਪਾਵਰ ਸਰਵੇ ਇਲੈਕਟ੍ਰੀਕਲ ਪਾਵਰ ਸਰਵੇ ਸੀਗਾ CEA ਦੁਆਰਾ ਦਿੱਤਾ ਹੋਇਆ, ਉਹ ਸਿਰਫ ਕਹਿੰਦਾ ਸੀ ਕਿ 1800 ਮੈਗਾਵਾਟ ਹੀ ਕਰੋ। ਉਹਨਾਂ ਦੀ ਕਪੈਸਿਟੀ ਵਧਾ ਦਿੱਤੀ ਗਈ ਔਰ ਉਹ 3920 ਮੈਗਾਵਾਟ ਦੇ ਲੱਗ ਗਏ। ਤੁਸੀਂ ਹੋਰ ਹੈਰਾਨ ਹੋਵੋਗੇ ਕਿ ਉਦੋਂ ਹਫੜਾ ਦਫੜੀ ਦੇ ਵਿੱਚ ਇੱਦਾਂ ਹੋਇਆ ਕਿ ਕੁਝ ਪਲਾਂਟ ਤਾਂ ਇਲੈਕਟ੍ਰੀਸਿਟੀ ਐਕਟ ਦੇ ਮੁਤਾਬਕ ਜਿਹੜੀ ਕੰਪੀਟੀਟਿਵ ਬਿਡ ਦੇ ਰਾਹੀਂ ਆਉਣੇ ਸੀਗੇ, ਹੈ ਜੀ, ਬਿਡ ਸੱਦਣੀ ਸੀ ਵੈਸੇ, ਉਹ ਹਫੜਾ ਦਫੜੀ ਇੰਨਾ ਹੋਈ, ਪਤਾ ਨਹੀਂ ਕੀ ਇਹਦੇ ਪਿੱਛੇ ਸੀ ਕਿ ਪੰਜਾਬ ਸਰਕਾਰ ਨੇ ਜੂਨ 2010 ਦੇ ਵਿੱਚ ਇੱਕ ਆਪਣੀ ਪਾਲਿਸੀ ਬਣਾ ਲਈ
ਕਿ ਅਸੀਂ ਤਾਂ MOU ਦੇ ਤਹਿਤ ਲਵਾਂਗੇ ਜੀ ਬਿਜਲੀ ਪਲਾਂਟ, ਸਮਝੌਤੇ ਕਰਨੇ ਆ ਉਹ MOU ਦੇ ਤਹਿਤ ਕਰਾਂਗੇ। MOU ਸਿੱਧਾ ਕਿ ਜਿਵੇਂ ਪ੍ਰਾਈਵੇਟ ਨਾਲ ਜਾਂ ਜਿਹਦੇ ਨਾਲ ਵੀ ਅੱਟੀ ਸਿੱਟੀ ਲੱਗੂ ਉਵੇਂ ਹੋ ਜੂ। ਸੋ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀ 3920 ਮੈਗਾਵਾਟ ਇਸ ਵੇਲੇ ਸਾਡੇ ਕੋਲ ਕਪੈਸਿਟੀ ਬਣ ਗਈ ਆ, ਉਹ ਤੋਂ ਇਲਾਵਾ 3 MOU ਹੋਰ ਸਾਈਨ ਹੋਏ ਸੀਗੇ। ਜਿਹੜੀ ਨਵੀਂ ਬਿਜਲੀ ਪਾਲਿਸੀ ਬਣਾਈ, ਜਿਹੜੀ ਸੈਂਟਰ ਸਰਕਾਰ ਦੀ ਪਾਲਿਸੀ ਨੂੰ ਵਾਇਓਲੇਟ ਕਰਕੇ ਜੂਨ 2010 ਚ ਬਣੀ, ਉਹਦੇ ਵਿੱਚ ਇੱਕ ਗਿੱਦੜਬਾਹਾ ਪਲਾਂਟ ਲੱਗਣਾ ਸੀ ਜੀ 2640 ਮੈਗਾਵਾਟ ਦਾ, ਗੋਬਿੰਦਪੁਰਾ ਪਲਾਂਟ ਲੱਗਣਾ ਸੀ 1320 ਮੈਗਾਵਾਟ ਦਾ। ਗੋਬਿੰਦਪੁਰੇ ਜ਼ਮੀਨ ਲੈ ਕੇ ਤੁਹਾਨੂੰ ਪਤਾ ਹੋਣਾ ਕਿੰਨਾ ਝਗੜਾ ਹੋਇਆ ਸੀ, ਉਹ ਲੈ ਕੇ ਛੱਡੀ ਹੋਈ ਹੈਗੀ। ਤੇ ਕੋਟ ਸ਼ਮੀਰ 1320 ਮੈਗਾਵਾਟ ਦਾ, ਜਾਣੀ ਕਿ 5280 ਮੈਗਾਵਾਟ ਦੇ ਹੋਰ ਪਲਾਂਟ MOU ਤਹਿਤ ਸਾਈਨ ਹੋ ਗਏ ਸੀਗੇ। ਤੇ ਜੇ ਕਿਤੇ ਉਹ ਪਲਾਂਟ ਆ ਜਾਂਦੇ ਫਿਰ ਤਾਂ ਸਾਡਾ ਜਮਾਂ ਜਲੂਸ ਨਿਕਲ ਗਿਆ ਸੀਗਾ। ਤੇ MOU ਮਤਲਬ ਕਿੰਨਾ ਖਤਰਨਾਕ ਹੁੰਦਾ MOU ਰਾਹੀਂ ਜਿਹੜੇ ਸਾਡੇ ਛੋਟੇ ਪਲਾਂਟ ਵੀ ਲੱਗੇ ਨੇਗੇ, ਜਿਵੇਂ ਪਰਾਲੀ ਤੇ ਚਿੰਨ ਵਾਲੇ, ਉਹ MOU ਤਹਿਤ ਨੇ, ਉਹਨਾਂ ਦੇ ਰੇਟ ਰੂਟ ਬੜੇ ਹਾਈ ਨੇ ਜੀ। ਮਤਲਬ MOU ਤੇ ਬਿਡ ਦਾ ਬੜਾ ਜ਼ਮੀਨ ਸਮਾਨ ਦਾ ਫਰਕ ਆ। ਇਹਦੇ ਵਿੱਚ ਮੈਂ ਤੁਹਾਨੂੰ ਜੇ ਕਿੰਨਾ ਕੁ ਵਕਤ ਹੈਗਾ ਆਪਣੇ ਕੋਲੇ, ਜੇ ਦਿਲਚਸਪ ਗੱਲ ਹੈਗੀ ਆ ਦੱਸਾਂ ਕਿ ਜਿਹੜਾ ਰਾਜਪੁਰੇ ਵਾਲਾ ਪਲਾਂਟ ਸੀ ਜੀ, ਇਹਨੂੰ ਮਤਲਬ ਕਿ ਜਿਹੜੀ ਇਲੈਕਟ੍ਰੀਸਿਟੀ ਪਾਲਿਸੀ ਸੀ ਬਿਡ ਰਾਹੀਂ ਇਹਦੀ ਬਿਡ ਮੰਗੀ ਗਈ ਜੀ, ਔਰ ਰੱਬ ਜਾਣੇ ਪਤਾ ਨਹੀਂ ਕਿਉਂ ਵੀ ਇੱਕੋ ਹੀ ਬਿਡ ਆਈ ਜੀ। ਇੱਕ ਬਿਡ ਦੇ ਵਿੱਚ ਉਹ ਜਿਹੜਾ ਪਰ ਯੂਨਿਟ ਰੇਟ ਸੀਗਾ ਉਹ 3 ਰੁਪਏ 386 ਪੈਸੇ, ਬੜੇ 3 ਡਿਜਿਟ ਤੱਕ ਜਾਂਦੀ ਹੈ ਜੀ ਡਿਜਿਟ, ਕਿਉਂਕਿ ਬਿਜਲੀ ਦਾ ਜੇ ਇੱਕ ਪੈਸਾ ਵੀ ਯੂਨਿਟ ਇੱਧਰ ਉੱਧਰ ਹੋ ਜਾਏ ਇੱਕ ਪੈਸੇ ਨਾਲ, ਤਕਰੀਬਨ ਵੱਡੇ ਪਲਾਂਟ ਨੇ ਉਹਨਾਂ 'ਚ ਸਾਲਾਨਾ 420 ਕਰੋੜ ਰੁਪਏ ਤੱਕ ਦਾ ਮਤਲਬ ਕਿ ਉਹ ਹੋ ਸਕਦਾ, ਫਰਕ ਪੈ ਸਕਦਾ। ਤੇ ਉਹ GVK ਦਾ, ਉਦੋਂ ਪਹਿਲਾਂ ਦੱਸਦਾ ਕਿ GVK ਦਾ ਪਲਾਂਟ ਸੀ, ਉਹ MOU ਤਹਿਤ ਆਇਆ ਸੀ। ਉਹਦੀ ਬਿਜਲੀ ਸਾਨੂੰ 2019-20 ਦੇ ਵਿੱਚ 9 ਰੁਪਏ 45 ਪੈਸੇ ਪਈ ਹੈ ਜੀ ਯੂਨਿਟ। ਤੇ ਇਸ ਕਰਕੇ ਜਿਹੜਾ ਰਾਜਪੁਰੇ ਦੀ ਮੈਂ ਗੱਲ ਕਰ ਰਿਹਾ ਸੀਗਾ, ਉਹਦੇ ਵਿੱਚ ਵੀ ਮਤਲਬ ਜਦੋਂ ਇੱਕ ਬਿਡ ਆਈ ਤਾਂ ਉਹਨਾਂ ਨੇ ਰੇਟ ਕੁਦਰਤੀ 3 ਰੁਪਏ ਜਾਂ ਮੋਟੇ ਤੌਰ ਤੇ ਕੀ 38 ਪੈਸੇ ਸੀਗਾ, ਤੇ ਉਹਦਾ ਕੀ 7 ਪੈਸੇ ਘਟਾ ਕੇ ਗਵਰਨਮੈਂਟ ਨੇ ਰਿਕਮੈਂਡ ਕਰਤਾ ਸੀਗਾ ਕਿ 3 ਰੁਪਏ 30 ਪੈਸੇ 31 ਪੈਸੇ ਕਰ ਲਓ ਜੀ ਸੌਦਾ ਨਾਲ। ਉਹ ਉਦੋਂ ਬਾਅਦ ਜਦੋਂ ਰੈਗੂਲੇਟਰ ਕੋਲੇ ਗਿਆ, ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰ ਆ ਜਿਹੜਾ ਐਕਟ ਮੁਤਾਬਕ ਉਹ ਤੋਂ ਪਾਸ ਕਰਾਉਣਾ ਹੁੰਦਾ, ਉਹ ਤਾਂ ਭਲਾ ਹੋਵੇ ਰੈਗੂਲੇਟਰ ਦਾ ਕਿ ਉਹ ਰੈਗੂਲੇਟਰ ਨੇ ਕਹਿਤਾ ਕਿ ਨਥਿੰਗ ਡੂਇੰਗ, ਇਹ ਕੰਪੀਟੀਸ਼ਨ ਬਿਡ ਹੋਣੀ ਚਾਹੀਦੀ ਹੈ, ਦੁਬਾਰਾ ਕਾਲ ਕਰੋ ਜੀ। ਤੇ ਤੁਸੀਂ ਹੈਰਾਨ ਹੋਵੋਗੇ ਕਿ ਦੁਬਾਰਾ ਕਾਲ ਜਦੋਂ ਕੀਤਾ ਤਾਂ ਉੱਥੇ 4 ਜਿਹੜੀਆਂ ਕੰਪਨੀਆਂ ਨੇ ਬਿਡ ਕੀਤੀ। ਜਿਹੜੀ ਰਾਜਪੁਰ ਵਾਲੀ ਹੁਣ ਪਹਿਲਾਂ ਲੈਂਕੋ ਸੀਗੀ ਜਿਹਨੇ, ਤੇ ਹੁਣ ਰਾਜਪੁਰੇ ਵਾਲਿਆਂ ਕੋਲ ਆ ਜਿਹੜਾ, ਉਹਨਾਂ ਨੇ ਜਿਹੜੀ ਪਰ ਯੂਨਿਟ ਰੇਟ ਸੀਗਾ ਰਾਜਪੁਰੇ ਦਾ ਉਹ 2 ਰੁਪਏ 99 ਪੈਸੇ ਆਇਆ। 3 ਰੁਪਏ 30 ਪੈਸੇ, 3 ਰੁਪਏ 30 ਤੋਂ 2 ਰੁਪਏ 99 ਪੈਸੇ ਆ ਗਿਆ, ਤਕਰੀਬਨ 40-42 ਪੈਸੇ ਜਿਹੜਾ ਪਰ ਯੂਨਿਟ ਘਟ ਗਿਆ, ਜਿਹਦਾ ਮਤਲਬ ਇਹ ਏਡੇ ਵੱਡੇ ਪਲਾਂਟ ਦਾ ਮਤਲਬ ਹੋ ਗਿਆ ਕਿ ਤਕਰੀਬਨ 420 ਕਰੋੜ ਰੁਪਏ ਪਰ ਈਅਰ ਘਟ ਗਏ। ਤੇ ਜਿਹੜੀ ਕੰਪਨੀ ਸਾਨੂੰ ਉਸ ਵੇਲੇ 3 ਰੁਪਏ 30 ਪੈਸੇ ਦਿੰਦੀ ਸੀ, ਉਹਨੇ ਆਪ 3 ਰੁਪਏ 98 ਪੈਸੇ 2 ਰੁਪਏ 98 ਪੈਸੇ ਕੋਟ ਕੀਤਾ ਉਹ ਦੁਬਾਰੇ ਜਦੋਂ ਬਿਡ ਆਈ। ਜਦੋਂ ਜਿਵੇਂ ਸਿੰਗਲ ਬਿਡ ਆਉਂਦੀ ਹੈ ਜਾਂ MOU ਹੁੰਦਾ ਗਾ, ਤਾਂ ਉਹਦੇ ਵਿੱਚ ਜਿਹੜੀ ਸਟੇਟ ਆ ਉਹ ਤਕਰੀਬਨ ਘਾਟੇ 'ਚ ਹੀ ਜਾਂਦੀ ਹੈ MOU ਦੇ ਵਿੱਚ। ਜੇ ਕੰਪੀਟੀਸ਼ਨ ਬਿਡ ਹੁੰਦੀ ਆ ਤਾਂ ਦੇਖੋ ਤਲਵੰਡੀ ਸਾਬੋ ਉਹ ਵੀ ਕੰਪੀਟੀਸ਼ਨ ਦੇ ਵਿੱਚ ਆਇਆ, ਉਹਦੇ ਰੇਟ ਵੀ ਘੱਟ ਆਏ ਹੈਗੇ, ਤੇ ਇਸੇ ਤਰ੍ਹਾਂ ਰਾਜਪੁਰੇ ਦੇ ਵੀ ਘੱਟ ਆ ਗਏ। ਸੋ ਇਹ ਸੀਗੇ ਮਤਲਬ ਕਿ ਜਿਹੜੇ ਉਦੋਂ MOU ਫਟਾਫਟ ਸਾਈਨ ਕੀਤੇ ਗਏ, ਓਵਰ ਕਪੈਸਿਟੀ ਦੇ ਸੀ ਜਿਹੜੇ ਪਲਾਂਟ ਲੱਗ ਗਏ, ਜਿੰਨੀ ਸਾਨੂੰ ਬਿਜਲੀ ਚਾਹੀਦੀ ਸੀ ਉਹਦੇ ਨਾਲੋਂ ਜ਼ਿਆਦਾ ਲੱਗ ਗਈ। ਪਰ ਇਹਦੇ ਵਿੱਚ ਜਿਹੜੀ ਬਾਕੀ ਗੱਲ ਹੋਈ ਕਿ ਉਹ ਟੋਟਲ ਕਪੈਸਿਟੀ ਸੀ ਜਿਹੜੀ ਇੰਸਟਾਲਡ ਕਪੈਸਿਟੀ, ਉਹਦੇ ਐਗਰੀਮੈਂਟ ਹੋ ਗਏ। ਸੋ ਜਿਵੇਂ ਆਪਾਂ, ਜੇ ਤੁਹਾਡਾ ਕੋਈ ਹੋਰ ਸਵਾਲ ਨਹੀਂ ਮੈਂ ਅੱਗੇ ਚੱਲਾਂ। ਜੀ ਮੇਰਾ ਸਵਾਲ ਹੈਗਾ, ਤੁਸੀਂ ਆਪਣੀ ਗੱਲ ਜਾਰੀ ਰੱਖੋ ਨਾ। ਠੀਕ ਆ। ਜੇ ਮਤਲਬ ਆਪਾਂ ਫਿਰ ਇਹ ਮਤਲਬ ਕਿ ਇਹ ਜਿਹੜੇ ਐਗਰੀਮੈਂਟ ਨੇ ਕਹਿ ਲਓ ਕਿ ਗਲਤੀ ਕਿੱਥੇ ਹੋ ਗਈ ਜੀ? ਵੀ ਐਗਰੀਮੈਂਟ ਹੋ ਗਿਆ, ਤੁਹਾਨੂੰ ਸਾਰੀ ਹਿਸਟਰੀ ਦੱਸਤੀ ਕਿ ਡਿਮਾਂਡ ਨੂੰ ਜਿਹੜਾ ਉਹ ਇਸ ਤਰ੍ਹਾਂ ਅਜਿਊਮ ਕਰ ਲਿਆ ਗਿਆ ਕਿ ਜਿਵੇਂ ਸਾਰਾ ਸਾਲ ਹੀ ਸਾਡੇ ਕੋਲੇ ਜਿਹੜੇ 4 ਮਹੀਨੇ 'ਚ ਪੈਡੀ ਸੀਜ਼ਨ ਹੀ ਰਹਿਣਾਗਾ ਕਿ 12000 ਮੈਗਾਵਾਟ ਡਿਮਾਂਡ ਹੀ ਰਹਿਣੀ ਆ। ਉਹ ਜਿਹੜੀ ਕਪੈਸਿਟੀ ਵਧਾ ਦਿੱਤੀ ਗਈ, ਉਹਦੇ ਕਰਕੇ ਜਿਹੜੇ ਫਿਕਸ ਚਾਰਜ ਹੋ ਗਏ, ਫਿਕਸ ਚਾਰਜ ਜਿਹਨੂੰ ਆਪਾਂ ਕਪੈਸਿਟੀ ਚਾਰਜ ਵੀ ਕਹਿੰਦੇ ਹੈਗੇ, ਉਹ ਵੱਧ ਗਏ।
ਕਿੱਥੇ ਅਸੀਂ 2000 ਮੈਗਾਵਾਟ ਦੇ ਦੇਣੇ ਸੀਗੇ, ਕਿੱਥੇ ਅਸੀਂ 3900 ਸਮਝੋ 4000 ਮੈਗਾਵਾਟ ਦੇ ਫਿਕਸ ਚਾਰਜ ਸਾਨੂੰ ਦੇਣੇ ਪੈ ਗਏ। ਦੁੱਗਣੇ ਹੋ ਗਏ, ਦੁੱਗਣੇ ਫਿਕਸ ਚਾਰਜ ਹੋ ਗਏ। ਇੱਕ ਤਾਂ ਇਹਦਾ ਇਹ ਨੁਕਸਾਨ ਹੋ ਗਿਆ ਜੀ। ਦੂਜਾ ਜਿਹੜੀ ਉਹਦੀ ਆਪਾਂ ਨੇ ਉਹਨਾਂ ਨਾਲ ਕੰਟੈਕਟ ਵੀ ਕੀਤਾ, ਉਹ ਉਹਨਾਂ ਨਾਲ ਮੈਕਸੀਮਮ ਕੰਟੀਨਿਊਸ ਰੇਟਿੰਗ ਹੁੰਦੀ ਹੈ, ਇੱਕ ਟੈਕਨੀਕਲ ਟਰਮ, ਜਿਹੜੀ ਕੰਪਨੀ ਕੋਈ ਮੈਨੂਫੈਕਚਰ ਕਰਦੀ ਹੈ ਕਿਸੇ ਟਰਬਾਈਨ ਬੋਇਲਰ ਨੂੰ, ਉਹਦੀ ਇੱਕ ਮੈਕਸੀਮਮ ਕੰਟੀਨਿਊਸ ਰੇਟਿੰਗ ਹੁੰਦੀ ਹੈ ਕਿ ਵੱਧ ਤੋਂ ਵੱਧ ਬਿਜਲੀ ਇਹ ਇੰਨੀ ਪੈਦਾ ਕਰੂਗੀ। ਉਹਨਾਂ ਨਾਲ ਸਮਝੌਤੇ ਵੀ ਇਸ ਤਰ੍ਹਾਂ ਹੀ ਹੋ ਗਏ ਕਿ ਮੈਕਸੀਮਮ ਕੰਟੀਨਿਊਸ ਰੇਟਿੰਗ ਤੇ ਅਸੀਂ ਬਿਜਲੀ ਜਿੰਨੀ ਪੈਦਾ ਕਰੂਗਾ ਉਨੀ ਅਸੀਂ ਲਵਾਂਗੇ ਜੀ, ਸਾਰੀ ਦੀ ਸਾਰੀ। ਜਦੋਂ ਕਿ ਸਾਡੀ ਲੋਡ ਸਿਰਫ 4 ਮਹੀਨੇ ਹੀ ਸੀਗੀ, ਤੋਂ ਜਿਹੜੇ ਇਹ ਫੁੱਲ ਕਪੈਸਿਟੀ ਦੇ ਕੰਟਰੈਕਟ ਕੀਤੇ ਗਏ, ਜਦੋਂ ਕਿ ਸਾਨੂੰ ਚਾਹੀਦਾ ਇਹ ਸੀ ਕਿ ਜਿੰਨੀ ਸਾਨੂੰ ਬਿਜਲੀ ਦੀ ਲੋੜ ਹੋਊ ਉਨੀ ਲਵਾਂਗੇ ਜੀ। ਜਦੋਂ ਸਾਨੂੰ ਪੈਡੀਸੀ ਚ ਜ਼ਿਆਦਾ ਲੋੜ ਹੋਊ ਉਦੋਂ ਅਸੀਂ ਜ਼ਿਆਦਾ ਕਪੈਸਿਟੀ ਲੈ ਲਾਂਗੇ। ਜਦੋਂ ਸਾਨੂੰ ਜਿਹੜੀ ਵਾਧੂ ਬਿਜਲੀ ਹੈ, ਜਿਹੜਾ ਕਹਿੰਦੇ ਸੀ ਕਿ ਅਸੀਂ ਬਾਕੀ ਸੂਬਿਆਂ ਨੂੰ ਵੇਚਾਂਗੇ ਜਾਂ ਅਸੀਂ ਪਾਕਿਸਤਾਨ ਨੂੰ ਦੇਾਂਗੇ, ਉਸ ਪਾਸੇ ਵੱਲ ਕਿਉਂ ਨਹੀਂ ਜਾਇਆ ਜਾਂਦਾ? ਕਿਉਂ ਨਹੀਂ ਉਹ ਵਾਧੂ ਬਿਜਲੀ ਦੀ ਵਰਤੋਂ ਕੀਤੀ ਜਾਂਦੀ ਕਿ ਅਸੀਂ ਵੇਚ ਕੇ ਉਹ ਤੋਂ ਮੁਨਾਫਾ ਕਮਾ ਲਈਏ? ਦੇਖੋ ਜੀ, ਬਿਲਕੁਲ ਜੇ ਤਾਂ ਹੁਣ ਦੇਖੋ ਪਾਕਿਸਤਾਨ ਦੀ ਗੱਲ ਕਰੀਏ ਆਪਾਂ, ਉਹ ਤਾਂ ਨੈਸ਼ਨਲ ਲੈਵਲ ਦੀਆਂ ਗੱਲਾਂ ਹੈਗੀਆਂ, ਜੋ ਵੀ ਹੈਗਾ ਕਿ ਉਹ ਵਾਈਲੇਟਰਲ ਉਹਨਾਂ ਨਾਲ ਆਪਾਂ ਵੇਚ ਸਕਦੇ ਹਾਂ ਵੈਸੇ ਬਿਜਲੀ, ਕਿਉਂਕਿ ਪਾਕਿਸਤਾਨ ਕੋਲੇ ਬਿਜਲੀ ਦੀ ਕਮੀਆਂ ਦਿੱਤੀ ਜਾ ਸਕਦੀ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਪਰ ਇਹ ਤਾਂ ਨਹੀਂ ਹੋਇਆ ਨਾ ਕਿ ਅਸੀਂ ਇੱਦਾਂ ਦੀ ਇੰਸਟਾਲਡ ਕਪੈਸਿਟੀ ਜਾਂ ਪੈਦਾਵਾਰ ਕਰ ਲਈਏ ਕਿ ਉਹਨੂੰ ਡਿਸਪੋਜ਼ ਆਫ ਕਰਨਾ ਔਖਾ ਹੋ ਜਾਵੇ। ਬਾਹਰਲੇ ਸੂਬਿਆਂ 'ਚ ਵੀ ਦੇਖ ਲਿਆ ਵੇਚ ਕੇ, ਕਿਉਂਕਿ ਆਪਣੀ ਬਿਜਲੀ ਆ ਜਿਹੜੀ ਉਹ ਮਹਿੰਗੀ ਪੈਂਦੀ ਹੈਗੀ ਦੂਜਿਆਂ ਦੇ ਕੰਪੈਰੇਟਿਵਲੀ। ਹੁਣ ਹਰਿਆਣਾ ਫਰਜ਼ ਕਰੋ ਬਿਜਲੀ ਸਸਤੇ ਤੋਂ ਲਊਗਾ, ਮਹਿੰਗੇ ਤੋਂ ਤਾਂ ਲੈਂਦਾ ਨਹੀਂ। ਬਿਲਕੁਲ ਬਿਲਕੁਲ। ਜਿਹੜੀ ਸਾਡੇ ਕੋਲੇ ਅਸੀਂ ਪਿਟ ਹੈਡ, ਜਿਹੜਾ ਕੋਲ ਪਿਟ ਹੈਡ ਤੋਂ ਦੂਰ ਬੈਠੇ ਹੈਗੇ, ਸਾਡੇ ਕੋਲੇ ਟਰਾਂਸਪੋਰਟੇਸ਼ਨ ਹੀ ਇੰਨੀ ਮਹਿੰਗੀ ਪੈ ਜਾਂਦੀ ਹੈ ਕੋਲਾ ਢੋਏ ਦੀ, ਕਿ ਪਹਿਲਾਂ ਇੱਧਰ ਕੋਲਾ ਲਿਆਵਾਂਗੇ ਫਿਰ ਪਿੱਛੇ ਬਿਜਲੀ ਦੇਵਾਂਗੇ। ਲੋਕ ਪਿਛਲੀ ਜਿਹੜੀ ਪਿਟ ਹੈਡ ਤੇ ਲੱਗੇ ਹੋਇਆ ਪਲਾਂਟ ਉਹਨਾਂ ਦੀ ਬਿਜਲੀ ਖਰੀਦ ਲੈਣਗੇ, ਹੈ ਜੀ। ਸੋ ਇਹ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ, ਕਪੈਸਿਟੀ ਚਾਰਜ ਸੀਗੇ ਜਿਹੜੇ, ਉਹ ਬੇਸ਼ੱਕ ਕਪੈਸਿਟੀ ਚਾਰਜ ਫੁੱਲ ਕਪੈਸਿਟੀ ਦੇ ਦਿੱਤੇ ਗਏ। ਉਹਦੇ ਵਿੱਚ ਹੋਰ ਵੀ ਇੱਕ ਗੱਲ ਦੇਖਣ ਵਾਲੀ ਹੈ ਜੀ ਕਿ ਅਸੀਂ ਬਾਕੀਆਂ ਨਾਲੋਂ, ਸਟੇਟਸ ਨਾਲੋਂ ਕਪੈਸਿਟੀ ਚਾਰਜ ਜ਼ਿਆਦਾ ਦੇ ਰਹੇ ਹੈਗੇ। ਹੁਣ ਆਪਣੇ ਇੱਕ ਐਗਜ਼ਾਮਪਲ ਲੈ ਲਓ, ਤਲਵੰਡੀ ਸਾਬੋ ਜਿਹੜਾ ਪਲਾਂਟ ਲੱਗਿਆ ਜੀ, ਉਹਦੇ ਜਿਹੜੀ ਫਿਕਸਡ ਕਾਸਟ ਹੈਗੀ ਆ ਕਪੈਸਿਟੀ ਚਾਰਜ, ਉਹ 1 ਰੁਪਏ 18 ਪੈਸੇ ਯੂਨਿਟ ਆ ਜੀ। ਇੱਕ ਮੱਧ ਪ੍ਰਦੇਸ਼ ਦੇ ਵਿੱਚ ਸਾਸਨ ਦੇ ਵਿੱਚ ਲੱਗਿਆ ਹੋਇਆ ਪਲਾਂਟ, ਉਹਦੀ ਤੁਸੀਂ ਹੈਰਾਨ ਹੋਵੋਗੇ ਸਿਰਫ 17 ਪੈਸੇ ਆ। ਤੇ ਮੁੰਦਰਾ ਦੇ ਵਿੱਚ 90 ਪੈਸੇ ਆ। ਜਿਹੜਾ ਤਲਵੰਡੀ ਸਾਬੋ ਪਲਾਂਟ ਲੱਗਿਆ ਜੀ ਤੇ ਸਾਸਨ ਦੇ ਵਿੱਚ ਪਲਾਂਟ ਲੱਗਿਆ, ਇਹ ਬਿਲਕੁਲ ਸੇਮ ਟੈਕਨੋਲੋਜੀ ਆ। ਜਿਹੜੀ ਫਿਕਸ ਚਾਰਜ ਹੁੰਦਾ ਨਾ ਜੀ, ਉਹ ਫਿਕਸ ਚਾਰਜ ਬੇਸਡ ਹੁੰਦਾ ਕਿ ਕਿੰਨੇ ਦੀ ਮਸ਼ੀਨਰੀ ਲੱਗੀ ਜੀ, ਸਾਰਾ ਉਹ ਟੋਟਲ ਜਿਹੜੀ ਕੈਪੀਟਲ ਕਾਸਟ ਹੁੰਦੀ ਆ ਉਹਦੇ ਤੇ ਬੇਸਡ ਹੁੰਦੇ ਆ। ਹੁਣ ਤਲਵੰਡੀ ਸਾਬੋ ਤੇ ਸਾਸਨ ਦੋਨੇ ਇੱਕੋ ਹੀ ਕੰਪਨੀ ਦੇ ਪਲਾਂਟ ਨੇ। ਹੁਣ ਇੱਥੇ ਵਾਲੀ ਬਿਜਲੀ ਮਹਿੰਗੀ ਆ, ਪਤਾ ਇਹ ਟਰਬਾਈਨ ਕੋਈ ਸੋਨੇ ਦੀ ਟਰਬਾਈਨ ਤਾਂ ਬਣ ਨਹੀਂ ਗਈ, ਇਹ ਉਹਨਾਂ ਦੀ ਲੋਹੇ ਦੀ ਆ, ਸਾਡੀ ਸੋਨੇ ਦੀ ਆ, ਸੇਮ ਟਰਬਾਈਨ ਆ, ਸੇਮ ਸਿਸਟਮ ਆਗਾ। ਤੇ ਸੇਮ ਸਿਸਟਮ ਹੋਣ ਕਰਕੇ ਉਹਨਾਂ ਦੀ 17 ਪੈਸੇ ਫਿਕਸ ਕਾਸਟ ਆ, ਸਾਡੀ 18, 1 ਰੁਪਈਆ ਤਾਂ ਇੱਥੇ ਵੱਧ ਗਿਆ ਹੈ ਜੀ। ਤੇ ਇਸੇ ਤਰ੍ਹਾਂ ਜਿਹੜਾ ਨਾਭੇ ਵਾਲਾ ਪਲਾਂਟ ਆ, ਉਹਦੀ ਫਿਕਸ ਕਾਸਟ 1 ਰੁਪਈਆ 37 ਪੈਸੇ ਹੈਗੀ। ਜਿਵੇਂ ਕਿ ਤਾਂ ਗੱਲ ਹੀ ਛੱਡੋ, ਤਾਂ 2 ਰੁਪਏ 20 ਪੈਸੇ ਆ, ਬਹੁਤ ਜ਼ਿਆਦਾ ਹੈਗੀ। ਸੋ ਇਹ ਜ਼ਿਆਦਾ ਕਪੈਸਿਟੀ ਲਾਉਣ ਕਰਕੇ, ਇੱਕ ਤਾਂ ਕਪੈਸਿਟੀ ਜ਼ਿਆਦਾ ਲਾ ਲਈ, ਦੂਜੀ ਕਪੈਸਿਟੀ ਚਾਰਜ ਦੂਜਿਆਂ ਦੇ ਮੁਕਾਬਲੇ ਅਸੀਂ ਜ਼ਿਆਦਾ ਦੇ ਰਹੇ ਹੈਗੇ। ਇੱਥੋਂ ਤੱਕ ਕਿ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬਿਨਾਂ ਬਿਜਲੀ ਵਰਤੇ ਗਏ ਪੈਸੇ ਦਿੰਦੇ ਆ, ਜਿਹੜੇ ਆਪਾਂ ਜਦੋਂ ਸਾਨੂੰ ਲੋੜ ਨਹੀਂ ਹੁੰਦੀ ਉਦੋਂ ਅਸੀਂ ਲੈਂਦੇ ਨਹੀਂ ਬਿਜਲੀ ਤੇ ਉਹਨਾਂ ਦੇ ਪਲਾਂਟ ਖੜੇ ਰਹਿੰਦੇ ਹੈਗੇ, ਉਹ ਪੈਸੇ ਦਿੰਦੇ ਆ ਜਿਹੜੇ, ਉਹ ਤਕਰੀਬਨ 25 ਸਾਲਾਂ ਦੇ ਵਿੱਚ ਜੀ, ਜਿਹਨੂੰ ਸਰੈਂਡਰਡ ਪਾਵਰ ਕਹਿੰਦੇ ਹੈਗੇ, ਉਹ ਲਗਭਗ 15,000 ਰੁਪਇਆ ਬਣ ਜਾਣਾ, 15,000 ਕਰੋੜ। ਹਾਈ ਕਪੈਸਿਟੀ ਚਾਰਜ ਤੇ ਸੌਦੇ ਹੋਣ ਕਰਕੇ ਉਹ 15,000 ਕਰੋੜ ਰੁਪਇਆ ਬਣ ਜਾਣਾ 25 ਸਾਲਾਂ ਵਿੱਚ ਬਿਨਾਂ ਬਿਜਲੀ ਵਰਤੇ। ਤੇ ਦੂਸਰਾ, ਕਿਉਂਕਿ ਕਪੈਸਿਟੀ ਚਾਰਜ ਹੀ ਜ਼ਿਆਦਾ ਨੇ ਸਾਡੇ, ਬਿਜਲੀ ਵਰਤਣ ਕਰਕੇ ਵੀ ਜਿਹੜੇ ਅਸੀਂ ਕਪੈਸਿਟੀ ਚਾਰਜ ਦੇਵਾਂਗੇ ਉਹ ਵੀ ਲਗਭਗ ਤੁਸੀਂ ਹੈਰਾਨ ਹੋਵੋਗੇ 40,000 ਕਰੋੜ ਰੁਪਇਆ ਕੰਪੈਰੇਟਿਵਲੀ ਜ਼ਿਆਦਾ ਜਾਊਗਾ। ਕਿਉਂਕਿ ਫਰਕ ਦੇਖੋ ਨਾ, ਕਿੱਥੇ 1 ਰੁਪਇਆ 18 ਪੈਸੇ ਯੂਨਿਟ ਤੇ ਕਿੱਥੇ 17 ਪੈਸੇ, ਇੰਨਾ ਫਰਕ ਆ। ਤੇ ਇਸ ਕਰਕੇ ਇਹ ਕਰੋੜਾਂ ਰੁਪਈਆਂ ਦਾ ਹੀ ਅਸੀਂ ਕਪੈਸਿਟੀ ਚਾਰਜ ਬਿਨਾਂ ਬਿਜਲੀ ਵਰਤੇ ਜਾਂ ਵਰਤੇ ਉਹ ਜ਼ਿਆਦਾ ਦੇ ਰਹੇ ਹੈਗੇ, ਠੀਕ ਹੈ ਜੀ। ਦੂਜਾ ਜਿਹੜਾ ਖਿਆਲ ਰੱਖਣਾ ਚਾਹੀਦਾ ਸੀ ਇਹਨਾਂ ਸਮਝੌਤਿਆਂ ਦੇ ਵਿੱਚ, 2 ਚੀਜ਼ਾਂ, ਇੱਕ ਤਾਂ ਫਿਕਸ ਚਾਰਜ ਦੇ ਰਿਹਾ ਸੀ, ਇੱਕ ਹੁੰਦੀ ਹੈ ਇਹਦੇ ਵਿੱਚ ਵੇਰੀਏਬਲ ਕਾਸਟ ਜੀ। ਵੇਰੀਏਬਲ ਹੁੰਦੀ ਹੈ ਕਿ ਜਿਹੜੀ ਅਸੀਂ
ਫਿਊਲ ਵਰਤਦੇ, ਫਿਊਲ ਦੀ ਕੀਮਤ ਨਾਲ ਜ਼ਿਆਦਾ ਰਿਲੇਟਡ ਹੁੰਦੀ ਆ। ਕਿ ਜਿਹੜਾ ਤੁਹਾਨੂੰ ਦੱਸਿਆ ਸੀ ਮੈਂ ਪਿੱਛੇ ਕਿ 2000 ਮੈਗਾਵਾਟ ਦਾ ਪਲਾਂਟ ਲੱਗਣੇ ਸੀਗੇ, ਉਹਨਾਂ ਵਾਸਤੇ ਕੋਲਾ ਤਾਂ ਅਸੀਂ ਲੈਣਾ ਸੀਗਾ ਛਿਵਾੜਾ ਖਾਨ ਤੋਂ। ਜਦੋਂ ਇਹ ਕਪੈਸਿਟੀ ਤਾਂ ਵਧਾਈ ਗਏ, ਕਿਸੇ ਨੇ ਇਹ ਦੇਖਿਆ ਨਹੀਂ ਕਿ ਕੋਲਾ ਕਿੱਥੋਂ ਆਊਗਾ। ਕੋਲੇ ਦੀ ਲਿੰਕੇਜ ਇਹਨਾਂ ਨੂੰ ਹੋਰ ਥਾਂ ਤੋਂ ਮਿਲ ਗਈ ਜਿੱਥੋਂ ਕੋਲਾ ਮਾੜਾ ਸੀਗਾ। ਮਾੜਾ ਕੋਲਾ ਹੋਣ ਕਰਕੇ ਉਹਦੀ ਵੇਰੀਏਬਲ ਕਾਸਟ ਵੱਧ ਦੇ ਰਹੇ ਹਾਂ ਅਸੀਂ, ਜਾਂ ਕਦੀ ਕਦੀ ਤਾਂ ਇਹਨਾਂ ਨੂੰ ਇੰਪੋਰਟਡ ਕੋਲ ਵਰਤਣਾ ਪੈਂਦਾ ਗਾ। ਸੋ ਇੱਥੇ ਵੀ ਖਤਾ ਹੋਈ ਆ ਕਿ ਕੋਲਾ ਦੇਖਿਆ ਨਹੀਂ ਕਿ ਕਿੱਥੋਂ ਆਊਗਾ, ਉਹਨਾਂ ਨੂੰ ਮਾੜੀ ਕੁਆਲਿਟੀ ਕੋਲਾ ਹੋਣ ਕਰਕੇ ਜਿਹੜਾ ਹੈਗਾ ਉਹ ਅਸੀਂ ਜਿਹੜੇ ਵੇਰੀਏਬਲ ਚਾਰਜਸ ਨੇ ਉਹ ਵੀ ਬਹੁਤ ਜ਼ਿਆਦਾ ਦੇ ਰਹੇ ਹਾਂ, ਫਿਕਸਡ ਚਾਰਜ ਵੀ ਬਹੁਤ ਜ਼ਿਆਦਾ ਦੇ ਰਹੇ ਹਾਂ। ਕੋਈ ਤਕਰੀਬਨ ਕੁੱਲ ਮਿਲਾ ਕੇ ਮੈਨੂੰ ਤਾਂ ਜਿਹੜੀਆਂ ਮੇਰੇ ਕੋਲੇ ਫਿਗਰਾਂ ਨੇ ਵੀ ਕੋਈ 50-60 ਹਜ਼ਾਰ ਕਰੋੜ ਰੁਪਈਆ ਅਸੀਂ ਜ਼ਿਆਦਾ ਹੀ ਦੇਵਾਂਗੇ 25 ਸਾਲਾਂ ਦੇ ਵਿੱਚ। ਦੂਜਾ ਜਿਹੜਾ ਇਹ ਤਾਂ ਹੋ ਗਈ ਕਿ ਕਾਸਟ ਦੇਣ। ਦੂਜੀ ਜਿਹੜੀ ਹੈਗੀ ਗੱਲ ਸਮਝੌਤਿਆਂ 'ਚ ਜਿਹੜੀ ਕਮੀ ਲੱਗਦੀ ਆ ਉਹ ਹੈਗੀ ਆ ਕਿ ਕੋਈ ਪੈਨਲਟੀ ਨਹੀਂ ਰੱਖੀ ਗਈ। ਪੈਨਲਟੀ ਹੈ ਜਿਹੜੀ ਉਹ 75% PAF ਪਲਾਂਟ ਅਵੇਲੇਬਿਲਿਟੀ ਫੈਕਟਰ ਹੁੰਦਾ ਜੀ, ਕਿ ਸਾਲ 'ਚ ਕਿੰਨਾ ਚੱਲੂਗਾ ਇਹ, ਮਤਲਬ ਕਿੰਨੇ ਦਿਨ ਤਿਆਰ ਰਹੂਗਾ ਪਲਾਂਟ। ਇਹ ਇੱਕ ਹੁੰਦਾ PLF ਹੁੰਦਾ ਪਲਾਂਟ ਲੋਡ ਫੈਕਟਰ। ਪਲਾਂਟ ਲੋਡ ਫੈਕਟਰ ਹੁੰਦਾ ਕਿ ਕਿੰਨਾ ਚੱਲਿਆ, ਤੇ PAF ਤਾਂ ਜਿਹੜਾ ਪਲਾਂਟ ਅਵੇਲੇਬਿਲਿਟੀ ਫੈਕਟਰ ਤਾਂ ਜੇ ਤੰਦਰੁਸਤ ਪਲਾਂਟ ਖੜਾ ਉਹ ਵੀ ਉਹਦੀ 100% ਬਣ ਗਈ। ਸੋ ਜਿਹੜਾ ਇਹਨਾਂ ਨੇ ਪੈਨਲਟੀ ਕਲਾਜ ਲਾਈ ਉਹ 75% ਤੋਂ ਜੇ PAF ਲੋ ਹੋ ਤਾਂ ਲੱਗੂ, ਜਦੋਂ ਕਿ ਇਨ ਜਨਰਲ ਇੰਡੀਆ ਦੇ ਵਿੱਚ 80% ਤੋਂ ਉੱਪਰ ਹੀ PAF ਆ। ਜਿਹੜੇ ਕੋਲ ਫਾਇਰਡ ਪਲਾਂਟ ਨੇ ਨਾ ਜੀ, ਕੋਲੇ ਨਾਲ ਚੱਲਣ ਵਾਲੇ, ਉਹਨਾਂ ਦੀ ਜਿਹੜੀ ਪਲਾਂਟ ਅਵੇਲੇਬਿਲਿਟੀ ਫੈਕਟਰ ਆ ਉਹ 80% ਤੋਂ ਜ਼ਿਆਦਾ, 75 ਤੋਂ ਥੱਲੇ ਜਾਣੇ ਨਹੀਂ ਤੇ ਜੁਰਮਾਨਾ ਲੱਗਣਾ ਨੀਗਾ। ਤੇ ਹੁਣ ਦੇਖੋ ਕਿ ਆਹ ਤਲਵੰਡੀ ਸਾਬੋ ਪਲਾਂਟ ਬੰਦ ਪਿਆ ਜੀ, 660 ਮੈਗਾਵਾਟ ਫਾਲਟ ਹੈਗਾ। ਇਸੇ ਤਰ੍ਹਾਂ GVK ਫਾਲਟ ਹੋ ਗਿਆ, ਤੇ ਇਹ ਪੀਕ ਸੀਜ਼ਨ ਦੇ ਵਿੱਚ ਫਾਲਟ ਪੈ ਗਏ ਤੇ ਬਾਕੀ ਦਿਨਾਂ 'ਚ ਇਹ ਠੀਕ ਠਾਕ ਰਹੇ। ਇਸ ਕਰਕੇ ਇਹਨਾਂ ਨੂੰ ਅਸੀਂ ਪੈਨਲਟੀ ਵੀ ਨਹੀਂ ਲਾ ਸਕਦੇ, ਜਦੋਂ ਕਿ ਹੁਣ ਪੈਡੀ ਸੀਜ਼ਨ ਦੇ ਵਿੱਚ ਲੋਡ ਸੀ। ਆ ਪਿੱਛੇ ਰੌਲਾ ਜਿਹੜਾ ਬਿਜਲੀ ਦਾ ਪੈਸੇ ਕਰਕੇ ਪਿਆ ਨਾ, ਉਹਨਾਂ ਨੇ ਸਾਨੂੰ ਬਿਜਲੀ ਦਿੱਤੀ ਨਹੀਂ ਗਈ, ਪੈਨਲਟੀ ਉਹਨਾਂ ਨੂੰ ਕੋਈ ਲੱਗਣੀ ਨਹੀਂ ਸੀਗੀ। ਉਲਟਾ ਆਪਾਂ ਇੱਕ ਤਾਂ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਕਿ ਕਪੈਸਿਟੀ ਚਾਰਜ ਜ਼ਿਆਦਾ ਹੋ ਗਏ, ਜ਼ਿਆਦਾ ਕਪੈਸਿਟੀ ਦੇ ਲਾ ਲਏ। ਇਹ ਵੀ ਹੋ ਗਿਆ ਕਿ ਜੇ ਤੁਸੀਂ ਜ਼ਿਆਦਾ ਲੋਡ ਚਲਾਓਗੇ ਤਾਂ ਤੁਹਾਨੂੰ ਇਨਸੈਂਟਿਵ ਦੇਵਾਂਗੇ ਜੀ, ਜ਼ਿਆਦਾ ਲੋਡ ਜ਼ਿਆਦਾ PAF ਹੋਊਗਾ, ਤੁਹਾਨੂੰ ਇਨਸੈਂਟਿਵ ਦੇਵਾਂਗੇ। ਔਰ ਇਨਸੈਂਟਿਵ ਵੀ ਜਿਹੜਾ ਤੁਹਾਨੂੰ ਮੱਧ ਪ੍ਰਦੇਸ਼ ਵਾਲਾ ਪਲਾਂਟ ਸ਼ਾਸਨ ਦੱਸਿਆ ਉਹਦੇ ਵਿੱਚ 7 ਪੈਸੇ ਪਰ ਯੂਨਿਟ ਆ ਇਨਸੈਂਟਿਵ, ਤੇ ਅਸੀਂ ਦੇ ਰਹੇ ਹਾਂ 25 ਪੈਸੇ ਪਰ ਯੂਨਿਟ ਇਨਸੈਂਟਿਵ ਆ ਜਿਹੜਾ ਹੈ ਜੀ। ਇਨਸੈਂਟਿਵ ਅਸੀਂ 25 ਪੈਸੇ ਦੇ ਰਹੇ ਹਾਂ, ਜੁਰਮਾਨਾ ਕੋਈ ਨਹੀਂ ਹੈਗਾ। ਸੋ ਇਹ ਇਨਸੈਂਟਿਵ ਹੀ ਜਿਹੜਾ 1200-1300 ਕਰੋੜ ਰੁਪਈਆ ਤਾਂ 25 ਸਾਲਾਂ 'ਚ ਇਨਸੈਂਟਿਵ ਦਾ ਹੀ ਚਲਾ ਜਾਊਗਾ। ਜਦੋਂ ਕਿ ਚਾਹੀਦਾ ਇਹ ਸੀ ਕਿ ਸਾਨੂੰ ਜਦੋਂ ਪੀਕ ਸੀਜ਼ਨ 'ਚ ਲੋਡ ਪਊ ਉੱਥੋਂ ਅਸੀਂ ਫੁੱਲ ਲੋਡ 'ਤੇ ਚਲਾਵਾਂਗੇ, ਲੀਨ ਸੀਜ਼ਨ ਦੇ ਵਿੱਚ ਘੱਟ ਵੇਲੇ ਅਸੀਂ ਘੱਟ 'ਤੇ ਚਲਾਵਾਂਗੇ, ਤੇ ਸਾਨੂੰ ਉਸੇ ਤਰ੍ਹਾਂ ਹੀ ਕਪੈਸਿਟੀ ਚਾਰਜਸ ਦੇਵਾਂਗੇ, ਤੇ ਸਾਰਾ ਕੁਛ ਹੀ ਮਤਲਬ ਹੌਚ ਪੌਚ ਹੋ ਗਿਆ। ਦੂਜਾ ਅੱਗੇ ਕਾਨੂੰਨੀ ਝਗੜੇ ਬੜੇ ਇਹਨਾਂ ਕਰਕੇ ਹੋ ਰਹੇ ਨੇ ਜੀ, PPA ਕਰਕੇ। ਤੇ ਇੱਥੋਂ ਤੱਕ ਵੀ ਜਿਹੜਾ ਹੁਣ ਕੋਲ ਵਾਸ਼ਿੰਗ ਤੇ ਇੱਕ GC ਵੀ ਹੁੰਦੀ ਆ, ਕਲੋਰੀਫਿਕ ਵੈਲੂ ਹੁੰਦੀ ਆ ਕੋਲੇ ਦੀ, ਉਹਦੇ ਸੰਬੰਧ 'ਚ ਝਗੜਾ ਸੁਪਰੀਮ ਕੋਰਟ ਵਿੱਚ ਚਲਾ ਗਿਆ। ਤੁਸੀਂ ਹੈਰਾਨ ਹੋਵੋਗੇ ਵੀ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਉਹਦੇ ਵਿੱਚ ਬੜਾ ਸਪਸ਼ਟ ਲਿਖਿਆ ਕਿ ਜਿਹੜੇ ਅਜਿਹੇ ਇਕਰਾਰਨਾਮੇ ਨੇ, ਜਿਹੜੇ ਬਿਜਲੀ ਸਮਝੌਤੇ ਨੇ, ਇਸ ਤਰ੍ਹਾਂ ਦੇ ਇਕਰਾਰਨਾਮਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਕਾਨੂੰਨੀ ਮਾਹਰ ਅਤੇ ਟੈਕਨੀਕਲ ਮਾਹਰ ਨੇ, ਉਹਨਾਂ ਵੱਲੋਂ ਖਰੜਾ ਤਿਆਰ ਕੀਤਾ ਜਾਣਾ ਚਾਹੀਦਾ। ਉਹਨਾਂ ਨੇ ਸਾਵਧਾਨੀ ਦਿੱਤੀ ਹੈਗੀ, ਸੁਪਰੀਮ ਕੋਰਟ ਨੇ ਸਾਵਧਾਨੀ ਦਿੱਤੀ ਕਿ ਮਾਹਰਾਂ ਵੱਲੋਂ ਖਰੜਾ ਤਿਆਰ ਹੋਵੇ ਤੇ ਹਰ ਇੱਕ ਮੱਦ ਸਪਸ਼ਟ ਹੋਵੇ, ਦਸਤਖਤ ਕਰਨ ਵਾਲਿਆਂ ਨੂੰ ਪਤਾ ਹੋਵੇ ਕਿ ਅਸੀਂ ਕਿਸ ਚੀਜ਼ ਤੇ ਦਸਤਖਤ ਕਰ ਰਹੇ ਹਾਂ। ਆਪਾਂ ਆਮ ਹੀ ਕੋਈ ਛੋਟਾ ਜਿਹਾ ਕਾਗਜ਼ ਵੀ ਦਸਤਖਤ ਕਰੀਏ ਕਚਹਿਰੀ 'ਚ ਤਾਂ ਉੱਥੇ ਲਿਖਿਆ ਹੁੰਦਾ ਥੱਲੇ ਕਿ ਮੈਂ ਆਪਣੇ ਹੋਸ਼ੋ ਹਵਾਸ ਨਾਲ ਪੂਰੀ ਉਸ ਨਾਲ ਇਹ ਦਸਤਖਤ ਪੜ੍ਹ ਲਿਆ ਹੈ ਕਾਗਜ਼ ਤੇ ਦਸਤਖਤ ਕਰ ਰਿਹਾ ਹਾਂ। ਤੇ ਇਹ ਸਮਝੌਤੇ ਤਾਂ ਐਂ ਲੱਗਦਾ ਵੀ ਪੜ੍ਹੇ ਵੀ ਨਹੀਂ ਗਏ, ਤੇ ਪਤਾ ਨਹੀਂ ਹੋਸ਼ ਸ਼ਾਇਦ ਉਦੋਂ ਹੈ ਨਹੀਂ ਸੀਗੇ, ਸਾਈਨ ਹੋ ਗਏ। ਤੇ ਆ ਸਾਰੀਆਂ ਮਤਲਬ ਈਵਨ ਜਿਹੜੀਆਂ ਇਹ ਲਿਟੀਗੇਸ਼ਨ 'ਚ ਹੁਣ ਚੱਲ ਰਹੀਆਂ ਨੇਗੀਆਂ, ਤੁਸੀਂ ਪਿੱਛੇ ਅਖਬਾਰਾਂ 'ਚ ਤੁਹਾਨੂੰ ਦੱਸਿਆ ਕਿ ਬੱਚੇ ਨੂੰ ਪਤਾ ਕੀ ਹੋ ਰਿਹਾ। ਉਹ ਕੋਲ ਆ ਜਿਹੜਾ ਵਾਸ਼ਿੰਗ ਕੋਲ ਕਰਕੇ 1500 ਕਰੋੜ ਦੇ ਆਸ-ਪਾਸ, 1700 ਕਰੋੜ ਦੇ ਆਸ-ਪਾਸ ਸਾਨੂੰ ਜ਼ਿਆਦਾ ਦੇਣੇ ਪੈ ਰਿਹਾ। ਤੇ ਹੋਰ ਇੱਦਾਂ ਦੇ ਕਾਨੂੰਨੀ ਜਿਹੜੇ ਸਾਡੇ ਹੱਕ 'ਚ ਨਹੀਂ ਆਉਣਗੇ ਤਾਂ ਲਗਭਗ ਕਹਿੰਦੇ ਨੇ ਕਿ 20,000 ਕਰੋੜ ਰੁਪਈਆ ਉਹਦੇ ਕਰਕੇ ਦੇਣਾ ਪਊਗਾ।
जी। तो ਇਹ ਸਾਰਾ ਕੁਛ ਮਤਲਬ ਬੜਾ ਡਰਾਵਣਾ ਹੈਗਾ ਗਾ ਵੀ ਜੀ ਇੰਨੇ ਪੈਸੇ ਸਾਡੇ ਕੋਲੇ ਪਹਿਲਾਂ ਹੀ ਸਟੇਟ ਕੰਗਾਲ ਹੋਈ ਪਈ ਹੈਗੀ ਤੇ ਇੰਨੇ ਭੁੱਲਰ ਪੈਸੇ ਅਸੀਂ ਸਾਹਿਬ ਏਦਾਂ ਐਵੇਂ ਲੱਗਦਾ ਕਹੀਏ ਵੀ ਜਿਵੇਂ ਆਪਾਂ ਕਾਰਾਂ ਕਿਸੇ ਨੇ ਕਾਰ ਇੱਕ ਦੀ ਲੋੜ ਹੋਵੇ ਦੋ ਲੈ ਕੇ ਖੜਾ ਲਈਆਂ ਤੇ ਉਹ ਉਹੀ ਹਾਲ ਸਾਡੇ ਨਾਲ ਹੋ ਰਿਹਾ ਕਿ ਪਲਾਂਟ ਸਾਨੂੰ ਕਪੈਸਿਟੀ ਘੱਟ ਦੀ ਲੋੜ ਸੀ ਜ਼ਿਆਦਾ ਕਪੈਸਿਟੀ ਦੇ ਔਰ ਜ਼ਿਆਦਾ ਰੇਟ ਦੇ ਉੱਤੇ ਔਰ ਬਿਨਾਂ ਦੇਖੇ ਪੂਰੀ ਤਰ੍ਹਾਂ ਧੋਖੇ ਜਿਹੜੇ ਸਮਝੌਤੇ ਸੀਗੇ ਉਹ ਹੋ ਗਏ ਬਿਲਕੁਲ ਭੁੱਲਰ ਸਾਹਿਬ ਇਹ ਤਾਂ ਏਦਾਂ ਇਹ ਕਿ ਸਾਰਾ ਕੁਝ ਜਾਣਬੁੱਝ ਕੇ ਦੇ ਸਭ ਕੁਝ ਪਤਾ ਹੋਣਾ ਜਿਵੇਂ ਤੁਸੀਂ ਕਿਹਾ ਕਿ ਹੋਸ਼ੋ ਹਵਾਸ ਦੇ ਵਿੱਚ ਸ਼ਾਇਦ ਨਾ ਹੋਣ ਪਰ ਲੱਗਦਾ ਹੈ ਇਸ ਤਰ੍ਹਾਂ ਜਿਵੇਂ ਦੇ ਸਮਝੌਤੇ ਹੋਏ ਕਿ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਕਰੋੜਾਂ ਰੁਪਇਆ ਜਿਹੜਾ 25 ਸਾਲਾਂ ਦੇ ਵਿੱਚ ਪੰਜਾਬ ਦਾ ਕਰਨਾ ਅੱਗੇ ਬੜਾ ਜਿਹੜਾ ਪੌਣੇ 3 ਲੱਖ ਕਰੋੜ ਦਾ ਕਰਜ਼ਾ ਚੜਿਆ ਤੇ ਉਹਦੇ ਉੱਪਰ ਇਸ ਤਰ੍ਹਾਂ ਸਾਈਨ ਕਰਨਾ ਏਦਾਂ ਨਹੀਂ ਲੱਗਦਾ ਕਿ ਸਭ ਜਾਣਦੇ ਹੋਣੇ ਅਣਗੌਲਿਆ ਕੀਤਾ ਗਿਆ ਹਰ ਚੀਜ਼ ਨੂੰ ਕਿ ਜੋ ਬਸ ਠੀਕ ਹੈ ਸੱਤ ਕਰਕੇ ਸਾਈਨ ਕਰ ਦਿਓ। ਨਹੀਂ ਬਿਲਕੁਲ ਦੇਖੋ ਉਦੋਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਇਲੈਕਸ਼ਨਾਂ ਹੋਈਆਂ ਨੇਗੀਆਂ ਉਦੋਂ ਇਹ ਸਾਰਿਆਂ ਦੀ ਰਾਏ ਸੀ ਇਵਨ ਗਵਰਨਮੈਂਟ ਹੁਣ ਜੋ ਪ੍ਰੈਜ਼ੈਂਟ ਹੈ ਕਿ ਇਹਨਾਂ ਤੇ ਇੱਕ ਰਿਵਿਊ ਕੀਤਾ ਜਾਵੇ ਵਾਈਟ ਪੇਪਰ ਲਿਆ ਕੇ ਪਤਾ ਲੱਗੇ ਕਿੱਥੇ ਕਿੱਥੇ ਕੀ ਕੀ ਖਾਮੀਆਂ ਹੋਈਆਂ ਨੇ ਕਿੱਥੇ ਗਲਤੀ ਹੋਈ ਹੈਗੀ ਉਹ ਵਾਈਟ ਪੇਪਰ ਹੁਣ ਤੁਹਾਨੂੰ ਪਤਾ ਕਿ ਪਤਾ ਨਹੀਂ ਵਾਈਟ ਪੇਪਰ ਹੁਣ ਉਹ ਆ ਨਹੀਂ ਰਿਹਾ ਹੈਗਾ ਹੈ ਜੀ ਤੇ ਇਸ ਕਰਕੇ ਥੋੜਾ ਇਹ ਵੀ ਗੱਲ ਸਮਝਾਇਓ ਕਿ ਸਰਕਾਰਾਂ ਨੂੰ ਲੋੜ ਕੀ ਪੈ ਗਈ ਪ੍ਰਾਈਵੇਟ ਥਰਮਲ ਪਲਾਂਟ ਲਗਾਉਣ ਦੀ ਜਦੋਂ ਸਰਕਾਰਾਂ ਦੇ ਕੋਲ ਆਲਰੇਡੀ ਸਰਕਾਰੀ ਚੱਲ ਰਹੇ ਨੇ ਜਾਂ ਹੋਰ ਸਰਕਾਰੀ ਲਗਾਏ ਜਾ ਸਕਦੇ ਸੀ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਲਾ ਕੇ ਆਪਣੇ ਖਜ਼ਾਨੇ ਤੇ ਬਹੁਤ ਜਾਣਬੁੱਝ ਕੇ ਪਾਉਣਾ ਜਾਂ ਫਿਰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਅੱਖਾਂ ਤੇ ਪੱਟੀ ਬੰਨ੍ਹ ਲੈਣਾ ਕਿਉਂ ਪ੍ਰਾਈਵੇਟ ਥਰਮਲ ਲਿਆ ਕੇ ਪੰਜਾਬ 'ਚ ਖੜੇ ਕੀਤੇ। ਉਹ ਤਾਂ ਪਤਾ ਕੀ ਹੈ ਜੀ ਹੁਣ ਤੁਹਾਨੂੰ ਦੱਸਿਆ ਕਿ ਉਹ ਬਿਜਲੀ ਦੀ ਗੈਪ ਸੀ ਜਿਹੜਾ ਵੱਧਦਾ ਗਿਆ ਉਹ ਤਕਰੀਬਨ ਹਰ ਸਾਲ ਜਿਹੜੀ ਬਾਹਰੋਂ ਪਰਚੇਜ ਆ ਉਹ ਵੱਧਦੀ ਗਈ 2010 ਤੱਕ ਜੇ ਇਹ 2000 ਮਤਲਬ ਕਿ 2000 ਦੇ ਵਿੱਚ ਹੀ ਪਲਾਂਟ ਜਿਵੇਂ ਲਹਿਰਾ ਮੁਹੱਬਤ 250 ਮੈਗਾਵਾਟ ਦੇ 500 ਮੈਗਾਵਾਟ ਦਾ ਪਲਾਂਟ ਲੱਗਿਆ ਜੀ ਉਦੋਂ 500 ਮੈਗਾਵਾਟ ਇੱਕ ਯੂਨਿਟ ਦੀ ਜਿਹੜੀ ਟੈਕਨੋਲੋਜੀ ਆ ਗਈ ਸੀ ਉਦੋਂ ਮਹਾਰਾ ਨੇ ਕਿਹਾ ਸੀ ਕਿ ਲਹਿਰਾ ਮੁਹੱਬਤ ਦੇ ਵਿੱਚ 250 ਦੇ ਦੋ ਲਾਉਣ ਦੀ ਬਜਾਏ 500 ਦੇ ਲਾਓ ਜੀ ਤੋ ਜਿਹੜਾ ਗੈਪ ਰਹਿੰਦਾ ਰਿਹਾ ਉਹਦੇ ਕਰਕੇ ਇਹਨਾਂ ਨੂੰ ਬਿਜਲੀ ਖਰੀਦਣੀ ਪਈ ਬਿਜਲੀ ਖਰੀਦਣ ਕਰਕੇ ਜਿਹੜੇ ਉਹ ਬੋਰਡ ਦਾ ਕਰਜ਼ਾਈ ਹੁੰਦਾ ਗਿਆ ਤੇ ਗਵਰਨਮੈਂਟ ਨੇ ਮਤਲਬ ਬੋਰਡ ਦੀ ਐਵੇਂ ਕੀ ਹੈ ਕੋਈ ਮਦਦ ਨਹੀਂ ਕੀਤੀ ਹੈਗੀ ਈਵਨ ਤੁਸੀਂ ਹੈਰਾਨ ਹੋਵੋਗੇ ਕਿ ਕਈ ਥਾਂ ਜਦੋਂ ਰੈਗੂਲੇਟਰ ਨੇ ਤੁਹਾਨੂੰ ਦੱਸਿਆ ਕਿ ਕਿਹਾ ਕਿ ਜਿਹੜਾ ਰਾਜਪੁਰਾ ਪਲਾਂਟ ਆ ਜਦੋਂ ਰੀਬਿਡ ਕਰਨ ਵਾਸਤੇ ਕਿਹਾ ਹਾਈ ਰੇਟ ਆ ਗਿਆ ਸੀਗਾ ਤਾਂ ਉਦੋਂ ਕਹਿੰਦੇ ਵੀ ਜਾਂ ਤੁਸੀਂ ਪਬਲਿਕ ਸੈਕਟਰ ਚ ਲਾਓ ਜਾਂ ਤੁਸੀਂ ਰੀਬਿਡ ਕਰੋ ਉਦੋਂ ਪਬਲਿਕ ਸੈਕਟਰ ਦੇ ਵਿੱਚ ਪਲਾਂਟ ਲਾਉਣ ਵਾਸਤੇ ਜਿਹੜੀ ਪਾਵਰ ਫਾਈਨਾਂਸ ਕਾਰਪੋਰੇਸ਼ਨ ਆ ਉਹ ਪੈਸੇ ਦੇਣ ਵਾਸਤੇ ਤਿਆਰ ਹੋ ਗਈ ਸੀਗੀ ਪਰ ਗਵਰਨਮੈਂਟ ਤੋਂ ਕਾਊਂਟਰ ਗਰੰਟੀ ਮੰਗਦੀ ਸੀਗੀ ਸਟੇਟ ਗਵਰਨਮੈਂਟ ਨੇ ਉਹਨੂੰ ਉਸ ਵੇਲੇ ਕਾਊਂਟਰ ਗਰੰਟੀ ਨਹੀਂ ਦਿੱਤੀ ਜਿਸ ਕਰਕੇ ਉਹਨੇ ਲੋਨ ਨਹੀਂ ਦਿੱਤਾ ਜੀ ਤਾਂ ਕਰਕੇ ਨਹੀਂ ਇੱਕ ਤਾਂ ਪਾਵਰ ਸੈਕਟਰ ਦੀ ਖਸਤਾ ਹਾਲਤ ਹੋ ਗਈ ਸੀ ਇੰਡੀਅਨ ਇਲੈਕਟ੍ਰਿਸਿਟੀ ਐਕਟ 1948 ਮੁਤਾਬਕ 3% ROR ਰੇਟ ਆਫ ਰਿਟਰਨ ਇਹਨੂੰ ਕਦੇ ਲੈਣ ਹੀ ਨਹੀਂ ਦਿੱਤਾ ਗਿਆ ਜਦੋਂ ਵੀ ਕੋਈ ਫਰੀ ਵੀ ਜਾਂ ਕੁਝ ਦੇਣਾ ਪੈਂਦਾ ਤਾਂ ਬਿਜਲੀ ਵਾਲੇ ਪਾਸੇ ਆ ਜਾਂਦੀ ਹੈ ਕੁੱਲ ਜਨਤਾ ਕਿ ਬਿਜਲੀ ਤੋਂ ਫਰੀ ਕਰ ਦੋ ਜੀ ਸਾਰਾ ਕੁਝ ਇਸ ਕਰਕੇ ਰੇਟ ਆਫ ਰਿਟਰਨ ਨਹੀਂ ਆਈ ਦੂਜਾ ਮਹਿੰਗੀ ਬਿਜਲੀ ਖਰੀਦੀ ਗਈ ਤੀਜਾ ਮਤਲਬ ਕਿ ਰੁਝਾਨ ਇਹ ਹੋ ਗਿਆ ਕਿ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਆਈ ਜਦੋਂ ਸਾਡਾ ਲਿਬਰਲਾਈਜੇਸ਼ਨ ਆਇਆ ਉਦੋਂ ਇਹ ਰੁਝਾਨ ਹੋ ਗਿਆ ਕਿ ਪ੍ਰਾਈਵੇਟ ਸੈਕਟਰ ਨੂੰ ਦਿਓ ਜੀ ਪ੍ਰਾਈਵੇਟ ਸੈਕਟਰ ਨੂੰ ਦਿਓ ਜਦੋਂ ਕਿ ਪ੍ਰਾਈਵੇਟ ਸੈਕਟਰ ਤੇ ਸਟੇਟ ਸੈਕਟਰ ਦੇ ਵਿੱਚ ਕੋਈ ਬੈਲੈਂਸ ਤਾਂ ਹੋਣਾ ਚਾਹੀਦਾ ਨਾ ਤਾਂ ਕਿ ਹੁਣ ਜਿਵੇਂ ਪ੍ਰਾਈਵੇਟ ਸੈਕਟਰ ਨੇ ਤਾਂ ਗੌਲੀ ਨਹੀਂ ਗੱਲ ਉਹ ਸਾਰਾ ਪਲਾਂਟ ਬੰਦ ਪਿਆ ਇੱਧਰੋਂ ਕਿਸਾਨ ਪੈਡੀ ਲਾਉਣ ਕਰਨੀ ਬੈਠੇ ਸੀਗੇ ਜੇ ਕਿਤੇ ਗਵਰਨਮੈਂਟ ਸੈਕਟਰ 'ਚ ਹੁੰਦਾ ਤਾਂ ਗਵਰਨਮੈਂਟ ਨੇ ਬਕਾਇਦਾ ਉਹਨੂੰ ਚਲਾਉਣਾ ਸੀਗਾ ਇਸ ਕਰਕੇ ਇਹ ਪ੍ਰਾਈਵੇਟ ਸੈਕਟਰ ਦੇ ਵਿੱਚ ਉਸ ਇੱਕ ਰੁਝਾਨ ਹੋਣ ਕਰਕੇ ਇੱਕ ਕਹਿ ਦਈਏ ਕਿ ਪੈਸੇ ਦੀ ਕਮੀ ਕਰਕੇ ਪੈਸਾ ਤਾਂ ਵੈਸੇ ਜੇ ਅਰੇਂਜ ਕਰਨਾ ਹੋਵੇ ਆ ਵੀ ਜਾਂਦਾ ਹੁੰਦਾ ਗਾ ਤੇ ਉਹ ਇੰਟੈਂਸ਼ਨ ਜੀ ਇਹ ਹੋ ਗਈਆਂ ਕਿ ਪ੍ਰਾਈਵੇਟ ਸੈਕਟਰ ਨੂੰ ਪਹਿਲ ਦਿਓ ਤਾਂ ਕਰਕੇ ਉਧਰ ਚਲਾ ਗਿਆ ਭੁੱਲਰ ਸਾਹਿਬ ਬਿਜਲੀ ਸਬਸਿਡੀ ਨੂੰ ਕਿੱਦਾਂ ਦੇਖਦੇ ਹੋ ਸਾਰੇ ਰੌਲੇ ਦੇ ਵਿੱਚ ਬਿਜਲੀ ਸਬਸਿਡੀ ਦੇਖੋ ਜੀ ਸਬਸਿਡੀ ਹੈ ਜਿਹੜਾ ਵੀਕਰ ਸੈਕਸ਼ਨ ਆ ਉਹਨੂੰ ਸਬਸਿਡੀ ਤਾਂ ਦੇਣੀ ਬਣਦੀ ਆ ਕਿਉਂਕਿ ਕੋਈ ਰਾਜ ਤਾਂ ਹੈ ਨਹੀਂਗੇ ਇਹ ਸਰਕਾਰਾਂ ਹੁੰਦੀਆਂ ਨੇਗੀਆਂ ਡੈਮੋਕ੍ਰੇਸੀ ਆ ਸਾਰਿਆਂ ਦਾ ਇਹਦੇ ਵਿੱਚ ਹਿੱਸਾ ਹੁੰਦਾ ਸਾਰੇ ਲੋਕਾਂ ਕੋਲੋਂ ਟੈਕਸ ਜਾਂਦਾ ਗਾ ਔਰ ਜਿਹੜੇ ਵੀਕਰ ਸੈਕਸ਼ਨ ਨੇ ਇਹਨਾਂ ਨੂੰ ਸਬਸਿਡੀ ਤਾਂ ਸਾਨੂੰ ਦੇਣੀ ਪੈਂਦੀ ਹੈ ਜੀ ਹੈ ਜੀ ਇਹ 'ਚ ਕੋਈ ਦੋਰਾਵਾ ਨਹੀਂ ਕਿ ਸਬਸਿਡੀ ਬੰਦ ਕਰ ਦੇਵੋ ਸਬਸਿਡੀ ਤਾਂ ਮੇਰੇ ਹਿਸਾਬ ਮੁਤਾਬਕ ਜਿਹੜੇ ਕਿਸਾਨ ਵੀ ਜਾਂ ਹੋਰ ਵੀਕਰ ਸੈਕਸ਼ਨ ਹੈਗੇ ਆਪਣੇ ਉਹਨਾਂ ਨੂੰ ਸਬਸਿਡੀ ਤਾਂ ਦੇਣੀ ਬਣਦੀ ਆ ਪਰ ਚਾਹੀਦਾ ਇਹ ਨਹੀਂ ਕਿ ਉਹਨੂੰ ਦੇਖਿਆ ਜਾਵੇ ਕਿ ਵੀਕਰ ਸੈਕਸ਼ਨ ਕਿਹੜਾ 5 ਏਕੜ ਤੋਂ ਥੱਲੇ ਵਾਲੇ ਜਿਹੜੇ ਉਹਦਾ ਕੋਈ ਕ੍ਰਾਈਟੇਰੀਆ ਹੋਵੇ
ਹੁਣ ਕਈ ਜਿਵੇਂ ਅਮੀਰ ਕਿਸਾਨ ਹੈਗੇ ਆ, ਉਹਨਾਂ ਕੋਲੇ ਕਈ ਟਿਊਬਵੈਲ ਕਨੈਕਸ਼ਨ ਨੇਗੇ, ਤੇ ਕਿਸੇ ਕੋਲੇ 5 ਏਕੜ ਕੋਲੇ ਟਿਊਬਵੈਲ ਹੀ ਨਹੀਂ ਹੈਗਾ ਹੈ ਜੀ। ਸੋ ਇਸ ਕਰਕੇ ਇਹਦੀ ਕੋਈ ਕੈਟਾਗਰਾਈਜੇਸ਼ਨ ਹੋ ਜਾਣੀ ਚਾਹੀਦੀ ਆ ਕਿ ਕੌਣ ਵੀਕਰ ਆ, ਕੌਣ ਮਤਲਬ ਕਿ ਪੇ ਕਰ ਸਕਦਾ ਗਾ, ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜੇ ਕੋਈ ਪੇ ਕਰ ਸਕਦਾ ਤਾਂ ਉਹ ਪੇ ਕਰੇ, ਅਦਰਵਾਈਜ਼ ਸਬਸਿਡੀ ਨੂੰ ਆਪਾਂ ਟੋਟਲ ਰੂਲ ਆਊਟ ਨਹੀਂ ਕਰ ਸਕਦੇ ਕਿ ਸਬਸਿਡੀ ਨਹੀਂ ਹੋਣੀ ਚਾਹੀਦੀ। ਉਹਦੇ ਬਾਰੇ ਤਾਂ ਮੈਂ ਨਹੀਂ ਸਹਿਮਤ ਹੈਗਾ ਕਿ ਸਬਸਿਡੀ ਤਾਂ ਕਿਤੇ ਨਾ ਕਿਤੇ, ਹੁਣ ਜੇ ਖੁਰਾਕ ਹੀ ਵਧਾਉਣੀ ਆ, ਖੁਰਾਕ ਸਿਸਟਮ ਨੂੰ ਕਾਇਮ ਰੱਖਣਾ, ਤਾਂ ਐਗਰੀਕਲਚਰ ਸੈਕਟਰ ਨੂੰ ਜਾਂ ਹੋਰ ਇਨਸੈਂਟਿਵ ਆਪਾਂ ਫੈਕਟਰੀਆਂ ਨੂੰ ਵੀ ਦਿੰਦੇ ਆਗੇ, ਦੇਣੇ ਇਹ ਤਾਂ ਪੈਂਦੇ ਹੀ ਹੈਗੇ। ਬਿਲਕੁਲ ਬਿਲਕੁਲ। ਭੁੱਲਰ ਸਾਹਿਬ, ਮੇਰਾ ਆਖਰੀ ਸਵਾਲ ਹੈ, ਸਮੱਸਿਆ ਆਪਾਂ ਸਾਰੀ ਵਿਚਾਰ ਲਈ ਕਿ ਸਮੱਸਿਆ ਕਿੱਥੇ ਹੈ, ਕਿੱਥੋਂ ਕਿੱਥੇ ਤੱਕ ਜਿਹੜਾ ਬਿਜਲੀ ਸਮਝੌਤੇ ਜਿਹੜੇ ਨੇ, ਜਾਂ ਫਿਰ ਸਰਕਾਰਾਂ ਦਾ ਰੋਲ ਜਾਂ ਅਫਸਰਸ਼ਾਹੀ, ਸਾਰਾ ਕੁਝ। ਹੁਣ ਥੋੜਾ ਇਸ ਸਮੱਸਿਆ ਦਾ ਹੱਲ ਕਰਦੇ ਹੋ ਕਿ ਹੱਲ ਕਿੱਦਾਂ ਹੋ ਸਕਦਾ? ਸਰਕਾਰ ਨੂੰ ਵਾਰ-ਵਾਰ ਕਿਹਾ ਜਾਂਦਾ ਵਾਈਟ ਪੇਪਰ ਕਰੋ, ਰਿਵਿਊ ਕਰੋ। ਸਰਕਾਰ ਕਿਉਂ ਹੱਥ ਬੰਨ੍ਹ ਕੇ ਬੈਠੀ ਹੈ? ਕਿਉਂ ਲੋਕਾਂ ਦੇ ਵਿੱਚ ਬਹੁਤ ਪਹੁੰਚ ਜਾਂਦੀ, ਕਿਉਂ ਨਹੀਂ ਦਿੱਤੀ ਜਾਂਦੀ? ਕਿਸ ਤਰ੍ਹਾਂ ਦਿੱਤੀ ਜਾ ਸਕਦੀ? ਇਹ ਤਾਂ ਦੇਖੋ ਜੀ, ਇਹ ਹੈਗਾ ਕਿ ਗੱਲ ਤਾਂ ਸਾਰੀ ਨੀਤ ਦੀ ਹੈਗੀ ਹੈ ਨਾ। ਜੇ ਨੀਤ ਹੋਵੇ ਤਾਂ ਨੀਤ ਨੂੰ ਮੁਰਾਦਾਂ ਲੱਗੇ ਆਉਂਦੀਆਂ ਨੇ। ਜੇ ਇਹਨਾਂ ਨੂੰ ਸਮਝੌਤੇ ਨੂੰ ਰਿਵਿਊ ਕਰਨਾ ਚਾਹੇ ਗੌਰਮੈਂਟ ਤਾਂ ਕਰ ਸਕਦੀ ਹੈ। ਸਮੱਸਿਆ ਇਹ ਹੈ ਕਿ ਆਪਣਾ ਹੁਣ ਸਿਸਟਮ ਇਹ ਹੋ ਗਿਆ ਕਿ ਵੀ ਸਰਕਾਰ ਚਾਹੇ ਕੋਈ ਬਦਲ ਜਾਵੇ, ਨੀਤੀਆਂ ਕਹਿ ਲਓ ਉਹੀ ਰਹਿੰਦੀਆਂ। ਅੱਗੇ ਤਾਂ ਇਹ ਸਿਸਟਮ ਹੁੰਦਾ ਸੀ ਕਿ ਜਿਵੇਂ ਆਮ ਕਹਾਵਤ ਸੀ ਕਿ ਉੱਤਰ ਕਾਟੋ ਮੈਂ ਚੜ੍ਹਾਂ, ਕਿ ਇੱਕ ਪਾਰਟੀ ਕਹਿੰਦੀ ਆ ਹੁਣ ਤੂੰ ਰਾਜ ਕਰ ਲਿਆ, ਹੁਣ ਮੇਰੀ ਵਾਰੀ ਆ ਗਈ। ਪਰ ਸਮੱਸਿਆ ਹੁਣ ਇਹ ਆ ਗਈ ਕਿ ਹੁਣ ਤਾਂ ਕਾਟੋਆਂ ਵੀ ਬਦਲ ਜਾਂਦੀਆਂ ਨੇ, ਉਹ ਨਵੀਂ ਸਰਕਾਰ 'ਚ ਪੁਰਾਣੀਆਂ ਇੱਧਰ ਦੂਸਰੀਆਂ ਕਾਟੋਆਂ ਵਗ ਜਾਂਦੀਆਂ ਨੇਗੀਆਂ, ਹੈ ਜੀ। ਅਤੇ ਉਹ ਸਾਰਾ ਸਿਸਟਮ ਇੱਦਾਂ ਹੋ ਗਿਆ ਕਿ ਜਿਹਦੇ ਵਿੱਚੋਂ ਸਰਕਾਰ ਦੇ ਵਿੱਚੋਂ ਜਿਹੜੀ ਲੋਕ ਪੱਖ ਦੀ ਨੀਤੀ ਆ ਉਹ ਗਾਇਬ ਹੋ ਗਈ ਹੈਗੀ। ਇਸ ਕਰਕੇ ਜਾਂ ਤਾਂ ਸਾਨੂੰ ਜਿਹੜੀ ਚੋਣਾਂ ਨੇਗੀਆਂ, ਚੋਣਾਂ ਦੇ ਵਿੱਚ ਇਮਾਨਦਾਰ ਬੰਦੇ ਆ ਜਿਹੜੇ ਜੀ, ਉਹ ਚਾਹੇ ਕਿਸੇ ਵੀ ਪਾਰਟੀ ਨਾਲ ਹੋਣ, ਪਾਰਟੀ ਦਾ ਕੋਈ ਮਤਲਬ ਨਹੀਂ ਮੈਂ ਇੱਥੇ ਕਹਿੰਦਾ ਕਿ ਚਾਹੇ ABC ਕਿਸੇ ਪਾਰਟੀ 'ਚ ਹੋਣ, ਉਹਨਾਂ ਵਿੱਚੋਂ ਬੰਦੇ ਇਮਾਨਦਾਰ ਹੋਣ। ਅਸੀਂ ਕੀ ਕਰਦੇ ਹਾਂ ਕਿ ਇੱਕ ਸਰਕਾਰ ਨਿਕੰਮੀ ਹੋ ਜਾਂਦੀ ਆ, ਉਹਨੂੰ ਹਰਾਉਣ ਤੇ ਜ਼ੋਰ ਲੱਗ ਜਾਂਦਾ ਸਾਡਾ। ਬਿਲਕੁਲ। ਸਾਨੂੰ ਚੰਗੇ ਬੰਦੇ ਨੂੰ ਜਿਤਾਉਣ ਤੇ ਜ਼ੋਰ ਲੱਗਣਾ ਚਾਹੀਦਾ। ਕੋਈ ਚੰਗੇ ਬੰਦੇ ਆਉਣਗੇ, ਜੇ ਇਮਾਨਦਾਰੀ ਆਊਗੀ ਤਾਂ ਉਹ ਇਮਾਨਦਾਰੀ ਨਾਲ ਬਿਨਾਂ ਕਿਸੇ ਲੋਭ ਲਾਲਚ ਸਾਰਿਆਂ ਨੂੰ ਪਾਸੇ ਤੱਕ ਕੇ ਤਾਂ ਇਹ ਜਿਹੜਾ ਸਮਝੌਤੇ ਹੈਗੇ ਆ ਉਹ ਰਿਵਿਊ ਵੀ ਹੋ ਸਕਦੇ ਆ। ਤੁਸੀਂ ਦੇਖੋ, ਮੈਂ ਜਾਂਦਾ ਇੱਕ ਗੱਲ ਤੁਹਾਨੂੰ ਦੱਸ ਦੇਵਾਂ ਕਿ ਜਦੋਂ ਰਿਵਿਊ ਹੋਣ ਦੀ ਗੱਲ ਚੱਲੀ ਸੀਗੀ ਪਿੱਛੇ ਜੇ, ਤਾਂ GVK ਤੇ ਰਾਜਪੁਰੇ ਨੇ ਉਹਦੀ ਕਹਿਤਾ ਸੀ ਕਿ ਸਾਡੇ ਪਲਾਟ ਖਰੀਦ ਲਓ ਜੀ। ਉਹਨਾਂ ਨੇ ਆਫਰ ਦਿੱਤੀ ਸੀ ਕਿ ਸਾਡੇ, ਉਹਨਾਂ ਨੂੰ ਇਹ ਹੋ ਗਿਆ ਸੀ ਕਿ ਸਾਡੇ ਸਮਝੌਤੇ ਰੱਦ ਹੋਣਗੇ ਤੇ ਪਲਾਟ ਵੇਚ ਹੀ ਦਿਓ। ਤੇ ਉਹ ਪਰ ਸਰਕਾਰ ਤੋਂ ਜਿਵੇਂ ਜੇ ਉਹਨਾਂ ਨੂੰ ਖਰੀਦ ਲੈਂਦੇ ਵਾਜਬ ਰੇਟ ਤੇ, ਨਾਲੇ ਤਾਂ ਸੱਪ ਮਰ ਜਾਂਦਾ, ਨਾਲੇ ਸੋਟੀ ਵੱਜ ਜਾਂਦੀ, ਨਾਲੇ ਉਹ ਸਾਨੂੰ ਫਾਇਦਾ ਹੋ ਜਾਣਾ ਸੀ। ਉਹ ਵੀ ਨਹੀਂ ਖਰੀਦੇ ਗਏ। ਸੋ ਇਹ ਵੀ ਨੀਤ ਨੂੰ ਮੁਰਾਦ ਵਾਲੀ ਗੱਲ ਹੀ ਆ। ਸੋ ਚਾਹੀਦਾ ਇਹ ਆ ਕਿ ਇਮਾਨਦਾਰ ਲੋਕ ਜਦੋਂ ਸਰਕਾਰ ਚਾਹੁਣਗੇ ਜੀ, ਫੇਰ ਹੀ ਇਹ ਜਿਹੜੀਆਂ ਲੋਕ ਪੱਖੀ ਨੀਤੀਆਂ ਨੇ ਜਾਂ ਸਮਝੌਤਿਆਂ ਤੇ ਲਾ ਲਓ ਜਾਂ ਇੱਦਾਂ ਦੇ ਹੋਰ ਚੀਜ਼ਾਂ ਜੋ ਵੀ ਹੈਗੀਆਂ, ਇਹ ਕਿਤੇ ਨਾ ਕਿਤੇ ਇਹ ਘਾਟ ਆ ਜੀ। ਮਤਲਬ ਸਾਡਾ ਸਿਸਟਮ ਆ ਉਹ ਕਰਪਟ ਹੋ ਚੁੱਕਿਆ ਹੈਗਾ। ਬਿਲਕੁਲ ਬਿਲਕੁਲ ਬਿਲਕੁਲ। ਸ਼ੁਕਰੀਆ ਭੁੱਲਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ ਤੇ ਪੂਰੀ ਜਾਣਕਾਰੀ ਜਿਹੜੀ ਉਹ ਦਰਸ਼ਕਾਂ ਤੱਕ ਪਹੁੰਚੀ। ਸਤਿ ਸ਼੍ਰੀ ਅਕਾਲ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਾਬਕਾ ਡਿਪਟੀ ਇੰਜੀਨੀਅਰ ਸਰਦਾਰ ਦਰਸ਼ਨ ਭੁੱਲਰ। ਅਸੀਂ ਗੱਲਬਾਤ ਕੀਤੀ ਹੈ ਬਿਜਲੀ ਸਮਝੌਤਿਆਂ ਨੂੰ ਵੱਡਾ ਤੁਸੀਂ ਇਹਦੇ ਬਾਰੇ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਪੰਜਾਬਿਸਤਾਨ TV ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ।